मैं प्रोड्यूसर है नहीं है मेरी सोच प्रोड्यूसਰ वाली नहीं है। ਮੈਨੂੰ ਲੱਗਦਾ ਕਿ ਸਿਨੇਮਾ ਮੈਮ ਬੜਾ ਜ਼ਰੂਰੀ ਹੈ, ਸਾਡੇ ਸਕੂਲਾਂ ਦੇ ਵਿੱਚ ਲੱਗਣਾ ਚਾਹੀਦਾ ਹੈ। ਟੱਚਵੁੱਡ ਸਾਨੂੰ ਘੁੱਗੀ ਭਾਜੀ ਨੂੰ ਮੈਨੂੰ ਸਾਡੇ ਪੇਰੈਂਟਸ ਦੀ ਬੜੀ ਸਪੋਰਟ ਰਹੀ ਹੈ ਮੈਮ। ਜਦੋਂ ਘਰ ਬਾਹਰ ਰਹਿੰਦੇ ਸੀਗਾ ਤੇ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਸੀ ਮੇਰੀ ਮਾਂ ਨੂੰ ਇਹਨੇ ਨਸ਼ਿਆਂ ਤੇ ਲੱਗ ਜਾਣਾ, ਨੇ ਬੁਰਾ ਕੰਮ ਕਰਨ ਲੱਗ ਪੈਣਾ, ਬਾਹਰ ਰਹਿਣ ਲੱਗ ਪੈਣਾ। ਥੋੜਾ ਜਿਹਾ ਆਪਣੇ ਆਪ ਨੂੰ ਪ੍ਰੂਵ ਕਰ ਦਿੰਦੇ ਹੋ, ਫਿਰ ਉਹੀ ਰਿਸ਼ਤੇਦਾਰ ਤੁਹਾਡੇ ਫੇਵਰ 'ਚ ਵੀ ਹੋ ਜਾਂਦੇ ਨੇ। ਗੱਲ ਇਹ ਹੈ ਵੀ ਹਰ ਟਾਈਮ ਤੇ ਹਰ ਗੱਲ ਨਹੀਂ ਚੰਗੀ ਲੱਗਦੀ ਨਾ। ਅੱਜ ਦੀ ਡੇਟ ਦੇ ਵਿੱਚ ਨਾ ਵੱਡੀਆਂ ਮਛਲੀਆਂ ਜਿਹੜੀਆਂ ਨੇ ਤੁਹਾਨੂੰ ਨਾਲ ਜੋੜਨਾ ਪੈਂਦਾ ਉਹਨਾਂ ਨੂੰ। ਘੁੱਗੀ ਭਾਈ ਨੇ ਤਾਂ ਉਹਨਾਂ ਨੇ 1 ਰੁਪਿਆ ਵੀ ਨਹੀਂ ਲਿਆ ਇਸ ਫਿਲਮ ਲਈ। ਜਿਹੜੇ ਆਰਟਿਸਟ ਹੈ ਜਾਂ ਪ੍ਰੋਡਿਊਸਰ ਹੈ, ਹਰ ਕੋਈ ਬੰਦਾ ਕਮਾਉਣ ਵਾਸਤੇ ਨਹੀਂ ਸੋਚਦਾ ਵੀ 25 ਕਰੋੜ ਰੁਪਇਆ, ਪਰ ਉਹ ਬੰਦੇ ਕਦੋਂ 36 ਕਰੋੜ ਦੀ ਹੋ ਗਈ ਮੈਨੂੰ ਨਹੀਂ ਪਤਾ ਲੱਗਾ। ਮੇਰੇ ਉਦੋਂ ਮੈਂਟਲ ਸਟੇਟ ਵੀ ਠੀਕ ਨਹੀਂ ਸੀ। ਕੁਝ ਨੈਗੇਟਿਵ ਲੋਕ ਵੀ ਹੁੰਦੇ ਨੇ ਜਿਹੜੇ ਤੁਹਾਨੂੰ ਲਾਈਕ ਨਹੀਂ ਕਰਦੇ। ਉਦੋਂ ਨੈਗੇਟਿਵਿਟੀ ਵਿਖਦੀ ਬੜੀ ਹੈ। ਉਹ ਸੋਚੋ ਤੁਸੀਂ ਕਿੰਨੀਆਂ ਜਨਰੇਸ਼ਨਾਂ ਤੇ ਪ੍ਰਭਾਵ ਪੈਂਦਾ ਇਸ ਚੀਜ਼ ਦਾ। ਮੈਨੂੰ ਤੇ ਲੋਕਾਂ ਨੇ ਪਿਆਰ ਦਿੱਤਾ, ਮੈਂ ਆਪਣੇ ਕੰਮ ਦੀ ਵਜ੍ਹਾ ਕਰਕੇ ਆਇਆ, ਔਰ ਆਪਣੇ 5-6 ਲਾਈਕ ਲੈਣ ਲਈ ਨਾ ਗੰਦਾ ਜਿਹਾ ਹੈਡਲਾਈਨ ਲਿਖ ਦੇਣਗੇ। ਆਪਣਾ ਬਟੂਆ ਵੇਖ ਕੇ ਉਹਨਾਂ ਨੇ ਫਿਲਮ ਬਣਾਈ ਕਿ ਯਾਰ ਸਾਡੇ ਪੈਸੇ ਆ, ਸਾਡੇ ਭਰਾ ਦੇ ਆ। ਜਿੱਥੇ ਤੁਹਾਡੀ ਯਾਰੀ ਦੋਸਤੀ ਹੈ, ਜਿੱਥੇ ਬਹੁਤ ਜ਼ਿਆਦਾ ਪਿਆਰ ਹੋਣਾ, ਉੱਥੇ ਹੁੰਦੇ ਨੇ ਮਨਮੁਟਾਵ। ਇੱਕ ਰਿਪੋਰਟਰ ਸੀਗਾ ਜਿਹਨੇ ਇਹ ਸ਼ੁਰੂਆਤ ਕੀਤੀ ਸੀਗੀ। ਮੈਂ ਗਲਤ ਆ, ਮੈਂ ਆਪਣੀ ਸੈਂਸਿਸ 'ਚ ਨਹੀਂ ਸੀਗਾ ਜਦੋਂ ਮੈਂ ਉਹਨੂੰ ਇਦਾਂ ਕਿਹਾ। ਇਹ ਉਹਦੀ ਬਿਲਡਿੰਗ 'ਚ ਜਾ ਕੇ ਉਹਨੂੰ 500 ਰੁਪਏ ਦੇ ਕੇ ਕਹਿੰਦਾ ਇਹਦੇ ਘਰ ਜਿਹੜਾ ਆਉਂਦਾ ਮੁੰਡਾ ਮੈਨੂੰ ਉਹਦੀ ਖਬਰ ਦੱਸੀ ਕਿੰਨੇ ਵਜੇ ਆਉਂਦਾ, ਮੈਂ ਫੋਟੋਆਂ ਖਿੱਚਣੀਆਂ। ਬੜੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਚੜ੍ਹਦੇ ਨੂੰ ਖਿੱਚਣਾ ਚਾਹੁੰਦੇ ਨੇ। ਮੈਨੂੰ ਲੱਗਾ ਘੁੱਗੀ ਭਾਈ ਦਾ ਆਪਣਾ ਮੁੰਡਾ ਉਹ। ਇਸਕੋ ਚਾਰजिंग पे लगा देगा नीचे कोई है पॉइंट तो। ਕਪਿਲ ਜੀ ਤੁਸੀਂ ਦਿਨ ਦੇ ਕਿੰਨੇ ਘੰਟੇ ਫੋਨ ਤੇ ਸਪੈਂਡ ਕਰਦੇ ਹੋ? ਮੈਂ ਐਕਚੁਅਲੀ ਫੋਨ ਪਿਛਲੇ 1 ਸਾਲ ਤੋਂ ਮੈਂ ਤੁਹਾਨੂੰ ਦੱਸਾਂ ਤੇ ਮੈਂ ਬੰਦ ਹੀ ਰੱਖੇ ਹੋਏ ਸੀ। ਰਾਈਟ। ਮੈਂ ਯੂਜ਼ ਹੀ ਨਹੀਂ ਸੀ ਕਰਦਾ। ਫਿਰ ਵੀ ਮੀਡੀਆ ਕਿਤੇ ਨਾ ਕਿਤੇ ਤੁਹਾਡੀ ਫੋਟੋ ਚੱਕ ਲੈਂਦੀ ਸੀ। ਹਾਂਜੀ ਉਹ ਕਿਤੇ ਟਰੈਵਲ ਕਰਦੇ ਹੋ ਤੇ ਜਦੋਂ ਪਹਿਲੀ ਵਾਰੀ ਉਹ ਫੋਟੋ ਦੇਖੀ ਸੀ ਆਪਣੀ ਪ੍ਰਿੰਟਡ, ਕਿਹੜੀ ਵਾਲੀ ਪਤਾ ਲੱਗਿਆ ਸੀ ਉਹ ਦ ਵਨ ਵਿਚ ਯੂ ਵਰ ਵੇਅਰਿੰਗ ਅ ਕੈਪ ਐਂਡ ਦੇ ਸੈਡ ਕਪਿਲ ਸ਼ਰਮਾ ਕੋ ਦੇਖੋ ਕਿੰਨਾ ਚੇਂਜ ਹੋ ਗਿਆ, ਹੀ ਇਜ਼ ਪੁੱਟ ਔਨ ਸੋ ਮਚ ਵੇਟ। ਹਾਂ ਕਿੱਦਾਂ ਦਾ ਰਿਐਕਸ਼ਨ ਸੀਗਾ ਤੁਹਾਡਾ? ਕੋਈ ਨਹੀਂ, ਮੈਂ ਤਾਂ ਪਾ ਲਵਾਂ ਕੀ ਰਿਐਕਸ਼ਨ ਦੀ ਤੁਸੀਂ ਯੂ ਸਟਾਪ ਗਿਵਿੰਗ ਰਿਐਕਸ਼ਨਸ ਟੂ ਕਿਆ ਕੰਟਰੋਵਰਸੀ। ਪਰ ਸ਼ੂਟ ਕਰਦਾ ਸ਼ੁਰੂ। ਅੱਛਾ ਤੇ ਮਾਈਕ ਚੱਲ ਰਿਹਾ ਹੈ? ਓਹ ਹੈਲੋ ਜੀ, ਕੈਂਟ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਬੜੇ ਸਵਾਗਤ ਤੁਹਾਡਾ। ਜੀ ਜੀ ਮੈਮ। ਹਾਂਜੀ, ਮੈਂ ਕਹਿ ਰਹੀ ਸੀ ਕਿ ਕੰਟਰੋਵਰਸੀਜ਼ ਤੇ ਤੁਸੀਂ ਜਵਾਬ ਦੇਣੇ ਬੰਦ ਕਰਤੇ। ਮੈਂ ਦੇ ਦਿੰਦਾ ਮੈਮ ਜਵਾਬ। ਐਸੀ ਗੱਲ ਨਹੀਂ ਹੈ ਕਿ ਕੁਛ ਨਾ ਕੁਛ ਹੋਇਆ ਰਹਿੰਦਾ। ਜਿੱਦਾਂ ਹੁਣ ਮੈਂ ਬੈਠਾ ਇੱਥੇ, ਕਿਸੇ ਮੁੱਦੇ ਤੇ ਮੈਨੂੰ ਕੋਈ ਰਿਪੋਰਟਰ ਪੁੱਛ ਲੂਗਾ ਅਸੀਂ ਫਿਲਮ ਦੀ ਗੱਲ ਕਰਨਾ ਹੈ, ਸਾਨੂੰ ਕਹਿਣਗੇ ਜੀ ਪੈਟਰੋਲ 90 ਰੁਪਏ ਹੋਗਾ। ਤੁਹਾਡਾ ਕਹਿਣਾ ਵੀ ਮੈਂ ਕੀਤਾ ਭਰਾਵਾ, ਜਿਹਨਾਂ ਨੇ ਕੀਤਾ ਉਹਨਾਂ ਨੂੰ ਜਾ ਕੇ ਪੁੱਛੋ ਤੁਸੀਂ। ਫਰਮਾਉਂਦੇ ਤੇ ਤੁਸੀਂ ਵੀ ਹੈਗੇ ਹੀ ਹੋ ਨਾ। ਆਹੋ, ਪਰ ਗੱਲ ਇਹ ਹੈ ਵੀ ਹਰ ਟਾਈਮ ਤੇ ਹਰ ਗੱਲ ਨਹੀਂ ਚੰਗੀ ਲੱਗਦੀ ਨਾ। ਕੋਈ ਇੱਕ ਗੱਲ ਹੁੰਦੀ ਹੈ, ਸਪੈਸ਼ਲੀ ਅਗਰ ਤੁਸੀਂ ਇੱਕ ਮੁੱਦੇ ਦੇ ਉੱਪਰ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ, ਉਹ ਕਰੋ ਤਾਂ ਚੰਗਾ ਲੱਗਦਾ। ਪਰ ਚਲੋ ਖੈਰ, ਅਸੀਂ ਕਰਦੇ ਨਾ ਗੱਲ। ਵੈਲਕਮ ਟੂ ਕੈਂਟ ਪੰਜਾਬ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਸੋ ਗਾਇਜ਼, ਦਿਸ ਇਜ਼ ਕਪਿਲ ਸ਼ਰਮਾ, ਦ ਮੈਨ ਹੂ ਨੀਡਸ ਨੋ ਇੰਟਰੋਡਕਸ਼ਨ। ਐਂਡ ਪੰਜਾਬੀ ਸਿਨੇਮਾ ਦੇ ਵਿੱਚ ਇਹਨਾਂ ਨੇ ਹੁਣੇ ਐਜ਼ ਅ ਪ੍ਰੋਡਿਊਸਰ ਵੈਂਚਰ ਕੀਤਾ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਨ ਆਫ ਮਨਜੀਤ ਸਿੰਘ ਇਹਨਾਂ ਦੀ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ, ਤੇ ਸਾਨੂੰ ਪਤਾ ਲੱਗਿਆ ਇੱਕ ਹੋਰ ਫਿਲਮ ਦੀ ਵੀ ਆਲਰੇਡੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਤੁਹਾਡੀ। ਇਜ਼ ਇਟ? ਕਿਹੜੀ ਫਿਲਮ ਦੀ ਮੈਮ? ਸਾਨੂੰ ਪਤਾ ਲੱਗਿਆ ਰਾਜੀਵ ਢਿੰਗਰਾ ਦੇ ਨਾਲ ਤੁਸੀਂ ਕੋਈ ਫਿਲਮ ਬਣਾ ਰਹੇ ਹੋ। ਇਜ਼ ਇਟ? ਰਾਜੀਵ ਦੇ ਨਾਲ ਨਹੀਂ, ਮੈਂ ਆਲਰੇਡੀ ਰਾਜੀਵ ਨਾਲ ਫਿਰੰਗੀ ਕੀਤੀ ਸੀ ਇੱਕ। ਨਹੀਂ ਪੰਜਾਬੀ ਨਹੀਂ, ਪੰਜਾਬੀ ਫਿਲਮ ਤੇ ਨਹੀਂ ਮੈਂ ਹਾਲੇ ਕੋਈ ਕਰ ਰਿਹਾ ਐਸਾ ਮੈਮ। ਕੁਝ ਨਹੀਂ ਹੈ? ਨਹੀਂ, ਰਾਜੀਵ ਕਿਸੇ ਹੋਰ ਦੀ ਕੋਈ ਪ੍ਰੋਡਿਊਸਰ ਨੇ, ਉਹਨਾਂ ਲਈ ਕੋਈ ਪੰਜਾਬੀ ਫਿਲਮ ਉਹ ਸ਼ਾਇਦ ਸ਼ੁਰੂ ਕਰ ਰਹੇ ਨੇ। ਸੁਣਨ 'ਚ ਆਇਆ ਸੀ ਸ਼ਾਇਦ। ਨਹੀਂ ਮੇਬੀ ਹਾਂ ਕਨਫਿਊਜ਼ਨ ਹੋਈ ਹੋਏਗੀ। ਹੀ ਇਜ਼ ਨਾਟ ਡੂਇੰਗ ਇਟ, ਸੋ ਕਨਫਿਊਜ਼ਨ ਕਲੀਅਰ। ਸਨ ਆਫ ਮਨਜੀਤ ਸਿੰਘ ਬਾਰੇ ਦੱਸੋ। ਸਨ ਆਫ ਮਨਜੀਤ ਸਿੰਘ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਜੀ। ਔਰ ਇਹ ਫਿਲਮ ਐਕਚੁਅਲੀ ਜਿਹੜਾ ਵੀ ਬੰਦਾ ਫਿਲਮ ਪ੍ਰੋਡਿਊਸ ਕਰਦਾ ਜਾਂ ਬਣਾਉਂਦਾ, ਸਾਰੇ ਕਹਿੰਦੇ ਜੀ ਮੇਰੇ ਦਿਲ ਦੇ ਬੜੀ ਕਰੀਬ ਹੈ ਜੀ, ਕਿਉਂਕਿ ਸਾਰਿਆਂ ਨੂੰ ਹੁੰਦਾ ਫਿਲਮ ਚੰਗਾ ਬਿਜ਼ਨਸ ਕਰੇ। ਪਰ ਮੈਂ ਤੁਹਾਨੂੰ ਦੱਸਾਂ, ਮੈਂ ਪ੍ਰੋਡਿਊਸਰ ਹੈ ਨਹੀਂ ਹੈ। ਮੇਰੀ ਸੋਚ ਪ੍ਰੋਡਿਊਸਰ ਵਾਲੀ ਨਹੀਂ ਹੈ, ਕਿਉਂਕਿ ਪ੍ਰੋਡਿਊਸਰ ਜਿਹੜੇ ਉਹ ਟੇਬਲ ਤੇ ਸੇਵ ਕਰਕੇ ਚੱਲਦੇ ਆਪਣਾ ਪ੍ਰੋਡਕਟ ਕਿ ਇਹ ਮੇਰੀ ਫਿਲਮ ਬਣੇਗੀ। ਅਗਰ ਸਪੋਜ਼ ਹੈ ਜੀ 10 ਕਰੋੜ 'ਚ ਬਣ ਰਹੀ ਹੈ, ਥੋੜਾ ਜਿਹਾ ਮੈਂ ਇੱਕ ਕਾਰਪੋਰੇਟ ਹਾਊਸ ਨਾਲ ਜੋੜ ਦਿੰਦਾ ਵੱਡਾ, ਹੈ ਨਾ, ਔਰ 뮤직 ਦੇ ਇੰਨੇ ਰਾਈਟਸ ਵੇਚ ਦੂੰਗਾ ਇਹ ਕਰਕੇ, ਤੇ 10 ਕਰੋੜ ਪਹਿਲਾਂ ਸੇਵ ਕਰ ਲੈਂਦੇ ਆਪਣਾ। ਮੈਂ ਅੰਨੇਵਾਹੀ ਜਿਹਨੂੰ ਮੈਨੂੰ ਉਹੀ ਨਾ ਗਰੀਬ ਦੇ ਕਹਿੰਦੇ ਨਾ ਕਿ ਭੁੱਖੇ ਦੇ ਹੱਥ ਕਟੋਰਾ ਲੱਭਿਆ ਤੇ ਪਾਣੀ ਪੀ ਆਫਰ ਕੇ ਮਰ ਜਾਂਦੇ ਐ ਸੀ। ਸਾਨੂੰ ਸਮਝ ਨਹੀਂ ਲੱਗੀ ਵੀ ਪਹਿਲੀ ਫਿਲਮ ਤੇ ਵੀ ਅੰਨਾ ਪੈਸੇ ਖਰਚਤੇ। ਪਤਾ ਹੀ ਨਹੀਂ ਸੀਗਾ ਕਿ ਫਿਲਮ ਐਕਚੁਅਲੀ ਕੋਈ ਫਲॉप ਨਹੀਂ ਹੁੰਦੀ ਮੈਮ, ਬਜਟ ਫਲॉप ਹੁੰਦਾ। ਐਬਸੋਲੂਟਲੀ ਯਾਰ। ਤੇ ਮੈਨੂੰ ਤਰੀਕਾ ਨਹੀਂ ਸੀ ਆਉਂਦਾ, ਇਸੇ ਕਰਕੇ ਮੈਂ ਸੁਮਿਤ ਭਾਜੀ ਨਾਲ ਜੁੜਿਆ ਕਿ ਭਾਜੀ ਫਿਲਮ ਤੇ ਬਣਾਤੀ ਮੈਂ ਜੀ, ਇਹਨੂੰ ਹੁਣ ਮਾਰਕੀਟ ਕਿੱਦਾਂ ਕਰਨਾ, ਡਿਸਟ੍ਰੀਬਿਊਟ ਕਰਨਾ, ਤੁਸੀਂ ਐਕਸਪੀਰੀਅੰਸ ਬੰਦੇ ਹੋ, ਤੁਸੀਂ ਕਰੋ। ਸਾਨੂੰ ਮਨਜੀਤ ਸਿੰਘ, ਹੁਣ ਮੈਂ ਉਸ ਗੱਲ ਤੇ ਆਉਂਗਾ ਵੀ ਦਿਲ ਦੇ ਬੜੇ ਕਰੀਬ ਵਾਲੀ ਗੱਲ, ਪਰ ਸੱਚੀ, ਕਿਉਂਕਿ ਮੈਂ ਨਾ ਬਚਪਨ 'ਚ ਜਦੋਂ ਸਕੂਲ ਪੜ੍ਹਦਾ ਸੀ ਜੀ, ਤੇ ਮੈਥਮੈਟਿਕਸ ਵਿੱਚ ਮੇਰਾ ਬੜਾ ਬੁਰਾ ਹਾਲ ਸੀਗਾ। ਇੰਗਲਿਸ਼ 'ਚ ਵੀ ਠੀਕ ਠਾਕ ਸੀਗਾ ਜੀ। ਹੁਣ ਤੇ ਤੁਸੀਂ ਕਿਹਾ ਕਿ ਮੈਂ ਆਈ ਕੈਨ ਸਪੀਕ ਵੈਰੀ ਵੈਲ। ਆਈ ਕੈਨ ਸਪੀਕ ਆਈ ਥਿੰਕ ਫॉर ਕੰਟੀਨਿਊਸਲੀ ਫॉर ਹਾਫ ਐਨ ਆਵਰ। ਰੀਲੀ? ਬਟ ਇੰਗਲਿਸ਼ ਦੀ ਗੱਲ ਹੋ ਰਹੀ ਹੈ। ਰਾਈਟ। ਤੇ ਮੈਨੂੰ ਨਾ ਬੜੀ ਝਿੜਕਾਂ ਜਿਹੀਆਂ ਵੀ ਪੈਂਦੀਆਂ ਹੁੰਦੀਆਂ ਸੀ ਸਕੂਲ 'ਚ। ਹੁਣ ਟੱਚਵੁੱਡ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਪਹਿਲਾਂ ਨਾਲੋਂ ਬੜਾ ਸੁਧਰਿਆ ਜੀ, ਤੇ ਸੋਚ ਹਲੇ ਵੀ ਉਦਾਂ ਦੀ ਬੜੀ ਸੋਚ ਹੈ ਜੀ, ਬੜੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ। 8 ਸਬਜੈਕਟ ਸਪੋਜ਼ ਅਸੀਂ ਪੜ੍ਹ ਰਹੇ ਹਾਂ, ਇੱਕ ਸਬਜੈਕਟ 'ਚ ਮੇਰਾ ਦਿਮਾਗ ਨਹੀਂ ਚੱਲਦਾ, ਠੀਕ ਹੈ, ਮੈਨੂੰ ਬਾਕੀ 7 ਸਬਜੈਕਟਾਂ ਲਈ ਐਪਰੀਸੀਏਸ਼ਨ ਨਹੀਂ ਮਿਲਣੀ ਵੀ। ਜਿਹੜਾ ਇੱਕ 'ਚ ਮਾੜੇ ਆ ਉਹਦੇ ਲਈ ਕੰਨ ਫੜਾ ਦੇਣੇ। ਸਾਡੇ ਕਲਾਸ 'ਚ ਕੁੜੀਆਂ ਵੀ ਪੜ੍ਹਦੀਆਂ ਹੁੰਦੀਆਂ ਸੀ, ਲੱਤਾਂ ਥੰਨੀ ਐ ਹੱਥ ਕੱਢ ਕੇ ਤੇ ਜਿਹੜਾ ਮੁਰਗਾ ਜਿਹਾ ਬਣਾ ਕੇ ਸਾਨੂੰ 4 ਚੱਕਰ ਕੱਢਣ ਲਈ ਭੇਜ ਦਿੰਦੇ ਸੀ। ਕਿੰਨਾ ਐਂਬੈਰਸਿੰਗ ਲੱਗਦਾ ਸੀ। ਬੱਚੇ ਦਾ ਮੋਰਲ ਡਾਊਨ ਕਰਦੇ ਆ। ਬਟ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਕਾਫੀ ਟ੍ਰੈਂਡ ਚੇਂਜ ਹੋ ਗਿਆ। ਮੈਮ ਬੜਾ ਟ੍ਰੈਂਡ ਚੇਂਜ ਹੋ ਗਿਆ। ਗਵਰਨਮੈਂਟ ਨੇ ਵੀ ਇਹ ਰੂਲ ਕੱਢਤਾ ਕਿ ਤੁਸੀਂ ਆਪਣੇ ਬੱਚੇ ਦੇ ਹੱਥ ਨਹੀਂ ਚੱਕਣਾ ਕਿਸੇ ਵੀ ਟੀਚਰ ਨੇ। ਪਰ ਮੈਂ ਪਿੱਛੇ ਇੱਕ ਸਕੂਲ 'ਚ ਵਿਜ਼ਿਟ ਕੀਤਾ, ਮੈਂ ਕਿਹਾ ਕਿਸੇ ਨੂੰ ਮਾਰ ਪੈਂਦੀ ਹੈ, 100 'ਚ 80 ਬੱਚੇ ਨੇ ਹੱਥ ਖੜੇ ਕੀਤੇ, ਸਾਨੂੰ ਪੈਂਦੀ ਹੈ ਜੀ। ਇਹ ਕਿੱਥੇ ਸੀ?
ਨਾਂ ਨਾ ਲੈ ਦੋ ਉਹਨਾਂ ਦੀ ਬੰਦ ਹੋ ਜਾਏਗੀ ਗਾਣਾ ਦੁਕਾਨ। ਉਹੀ ਗੱਲ ਹੈ। ਫਿਰ ਮੈਂ ਇੱਕ ਟੀਚਰ ਨਾਲ ਗੱਲ ਕੀਤੀ, ਉਹਨਾਂ ਨੇ ਵੀ ਅੱਗੋਂ ਮੈਨੂੰ ਕਿਹਾ ਕਿ ਅੱਜ ਕੱਲ੍ਹ ਨਾ ਬੱਚਿਆਂ 'ਚ ਜਾਨ ਨਹੀਂ ਰਹੀ। ਮੈਂ ਕੀ ਮਤਲਬ, ਅੱਜ ਕੱਲ੍ਹ ਕਿਸੇ ਬੱਚੇ ਨੂੰ ਮਾਰੋ ਨਾ ਪੇਰੈਂਟਸ ਨੂੰ ਲੈ ਆਉਂਦਾ, ਰਾਈਟ ਮਤਲਬ ਉਹਨਾਂ ਦੀ ਸੋਚ ਹੱਲੇ ਵੀ ਉੱਥੇ ਹੈ ਕਿ ਕਿਉਂ ਬੱਚੇ ਨੂੰ ਮਾਰਨਾ ਯਾਰ। ਬੱਚਾ ਉਹਦੀ ਏਜ ਦੇਖੋ ਤੁਸੀਂ। ਐਬਸੋਲੂਟਲੀ ਮੈਂ ਆਪਣੀ ਗੱਲ ਕਰਦਾ ਮੈਮ, ਮੈਨੂੰ ਹਿਸਟਰੀ ਦਾ ਬੜਾ ਸ਼ੌਕ ਸੀਗਾ, ਜੀ ਪਰ ਕਿਤਾਬ ਦੇ ਵਿੱਚ ਰੱਟਾ ਲਾਣਾ ਨਾ, ਹਮਾਯੂੰ ਭਾਰਤ ਕਦੋਂ ਆਇਆ, ਜੀ ਤਾਜ ਮਹਿਲ ਕਿਹਨੇ ਬਣਾਇਆ, ਜੀ ਮੈਨੂੰ ਕਨਫਿਊਜ਼ਨ ਹੋ ਜਾਂਦੀ ਸੀ ਕਿ ਸ਼ਾਹਜਹਾਂ ਨੇ ਬਣਾਇਆ ਕਿ ਅਕਬਰ ਨੇ ਬਣਾਇਆ ਕਿ ਮਹਿਮੂਦ ਗਜ਼ਨਵੀ ਨੇ ਬਣਾਇਆ। Yes. ਪਰ ਜਦੋਂ ਮੈਂ ਵੱਡਾ ਹੋਇਆ, ਖੁਦ ਐਕਸਪਲੋਰ ਕੀਤਾ, ਆਪਣੇ ਆਪ ਨੂੰ ਵੇਖਣ ਨੂੰ ਮਿਲਿਆ ਚੀਜ਼ਾਂ। ਆਗਰਾ ਗਿਆ ਮੈਂ, ਜੀ। ਉੱਥੇ ਟੂਰਿਜ਼ਮ, ਆਪਣੀ ਪੰਜਾਬ ਆਗਰਾ ਪੁਲਿਸ ਦਾ ਟੂਰਿਜ਼ਮ ਡਿਪਾਰਟਮੈਂਟ ਹੈ, ਜੀ ਜੀ ਉਹਨਾਂ ਨੇ ਮੈਨੂੰ ਪ੍ਰੈਕਟੀਕਲੀ ਉਹ ਚੀਜ਼ਾਂ ਦਿਖਾਈਆਂ, ਘੁਮਾਇਆ, Right. ਦੱਸਿਆ ਕਿ ਤਾਜ ਮਹਿਲ ਜਿਹੜਾ ਲੱਕੜ ਦੇ ਬੇਸ ਤੇ ਬਣਿਆ Right. ਔਰ ਪਰਪਸਲੀ ਉਹਨੂੰ ਨਦੀ ਦੇ ਕੰਢੇ ਤੇ ਬਣਾਇਆ ਗਿਆ ਸੀ ਕਿਉਂਕਿ ਸੰਗਮਰਮਰ ਬੜਾ ਹੈਵੀ ਸੀਗਾ, ਰਾਈਟ ਲੱਕੜ ਨੂੰ ਪਾਣੀ ਮਿਲਦਾ ਰਹੇਗਾ ਜੀ। ਔਰ ਤੈਰਦਾ ਰਹੇਗਾ ਤੇ ਉਹ ਡੁੱਬੇਗਾ ਨਹੀਂ ਥੱਲੇ। ਜੀ ਹੁਣ ਮੈਨੂੰ ਕਿੰਨੀ ਨੌਲੇਜ ਹੈ ਤਾਜ ਮਹਿਲ ਦੇ ਬਾਰੇ, ਠੀਕ ਹੈ ਐਬਸੋਲੂਟਲੀ, ਇਹ ਸ਼ਾਇਦ ਸਾਰਿਆਂ ਨੂੰ ਨਹੀਂ ਜੀ, ਪਤਾ ਸੀਗਾ ਕਿ ਇੱਕ ਸਿਖਾਉਣ ਦਾ ਤਰੀਕਾ ਹੀ ਹੈ। ਮੈਂ ਸਕੂਲ 'ਚ ਨਹੀਂ ਜਾ ਕੇ ਸਿੱਖਿਆ, True. ਮੈਨੂੰ ਉਹਨਾਂ ਨੇ ਦੱਸਿਆ ਤੇ ਮੇਰੇ ਮਨ 'ਚ ਬਹਿ ਗਈਆਂ ਗੱਲਾਂ। ਜੀ ਮੈਨੂੰ ਲੱਗਦਾ ਕਿ ਸਿਨੇਮਾ ਇੱਕ ਐਸਾ ਮੀਡੀਅਮ ਹੈ, ਅਗਰ ਕਿਸੇ ਬੱਚੇ ਨੂੰ ਯਾਦ ਕਰਨ 'ਚ ਕੋਈ ਪ੍ਰੋਬਲਮ ਹੁੰਦੀ ਹੈ, ਜਿਹੜੀ ਚੀਜ਼ ਤੁਹਾਡੀ ਅੱਖਾਂ ਸਾਹਮਣੇ ਇੱਕ ਵਾਰੀ ਹੋ ਜਾਂਦੀ ਨਾ, ਐਬਸੋਲੂਟਲੀ ਉਹ ਨਹੀਂ ਭੁੱਲਦੀ ਛੇਤੀ, Visuals, ਹੈ ਨਾ। ਜੀ। ਵਿਜ਼ੂਅਲਸ ਜਿਹੜੇ ਜੀ ਕਦੇ ਕਿਤੇ ਕੋਈ ਚੀਜ਼ ਹੋਈ ਹੁੰਦੀ ਘਟਨਾ, ਲੋਕੀ ਕਹਿੰਦੇ ਜੀ ਮੈਂ ਇੱਥੇ ਬੈਠਾ ਸੀਗਾ, ਇੱਧਰੋਂ ਇੱਕ ਸਾਈਕਲ ਆਇਆ, ਉਹਨੇ ਉਹਦੇ ਵਿੱਚ ਠੋਕਤਾ ਤੇ ਆ ਹੋਇਆ, Right. ਕਿਉਂਕਿ ਬੰਦੇ ਨੇ ਅੱਖੀਂ ਦੇਖਿਆ ਹੁੰਦਾ। ਜੀ। ਮੈਨੂੰ ਲੱਗਦਾ ਕਿ ਸਿਨੇਮਾ ਮੈਮ ਬੜਾ ਜ਼ਰੂਰੀ ਹੈ, ਸਾਡੇ ਸਕੂਲਾਂ ਦੇ ਵਿੱਚ ਲੱਗਣਾ ਚਾਹੀਦਾ ਹੈ। Absolutely. ਇਸ ਕਰਕੇ ਨਹੀਂ ਕਿ ਮੈਂ ਇਸ ਇੰਡਸਟਰੀ ਦਾ ਵਾਂ, ਨਾ ਹੀ ਮੈਂ ਪ੍ਰੋਡਿਊਸਰ ਬਣਨਾ ਚਾਹੁੰਦਾ ਵਾਂ, ਇਹ ਤੇ ਮੈਨੂੰ ਬੜੀ ਵਧੀਆ ਸਬਜੈਕਟ ਲੱਗਾ ਸੀਗਾ, ਮੈਂ ਕਿਹਾ ਆਉਣਾ ਚਾਹੀਦਾ। ਜੀ ਸੋ ਸਾਡੇ ਨਾਲ ਉਹ ਚੀਜ਼ਾਂ ਹੋਈਆਂ, ਸਾਨੂੰ ਮੈਥ ਕਰਕੇ ਛਿੱਤਰ ਪੈਂਦੇ ਰਹੇ। ਜੀ ਪਰ ਅੱਜ ਦੀ ਡੇਟ ਦੇ ਵਿੱਚ ਅਗਰ ਮੈਂ ਵੇਖਾਂ ਤੇ ਮੇਰਾ ਮੈਥ, ਮੇਰੀ ਜਿੰਨਾ ਵੀ ਮੈਂ ਜਿਸ ਲੈਵਲ ਤੇ ਵੀ ਕੋਈ ਕੰਮ ਕਰ ਰਿਹਾ, ਮੈਥ ਦਾ ਸ਼ਾਇਦ ਕੋਈ ਕੰਟਰੀਬਿਊਸ਼ਨ ਨਹੀਂ ਹੈ। ਅਗਰ ਮੇਰੇ ਅਕਾਊਂਟਸ ਵਾਸਤੇ ਹੈਗਾ, ਉਹ ਮੇਰੇ ਸੀਏ ਹੈਗੇ ਨੇ, ਉਹ ਦੇਖਦੇ ਨੇ, ਉਹ ਉਹਨਾਂ ਦੇ ਸਕਿੱਲਸ ਨੇ, ਮੇਰੇ ਜੋ ਰੱਬ ਨੇ ਸਕਿੱਲਸ ਦਿੱਤੇ ਮੈਂ ਉਹਨਾਂ ਤੇ ਕੰਮ ਕਰ ਰਿਹਾ। ਐਬਸੋਲੂਟਲੀ ਸੋ ਘੁੱਗੀ ਭਾਜੀ ਦੀ ਵੀ ਹਿਸਟਰੀ, ਉਹਨਾਂ ਦੇ ਪਰਿਵਾਰ ਦੀ, ਉਹਨਾਂ ਦੀ ਜਿਹੜੀ ਅਪਬ੍ਰਿੰਗਿੰਗ ਜਿਹਨਾਂ ਦੀ ਹੋਈ, ਜਦੋਂ ਉਹ ਹਾਲਾਤ ਵੇਖੇ, ਟੱਚਵੁੱਡ ਸਾਨੂੰ ਘੁੱਗੀ ਭਾਜੀ ਨੂੰ, ਮੈਨੂੰ, ਸਾਡੇ ਪੇਰੈਂਟਸ ਦੀ ਬੜੀ ਸਪੋਰਟ ਰਹੀ ਹੈ ਮੈਮ। ਜੀ ਜੀ ਹਰ ਹਾਲਾਤ ਜੋ ਮਰਜ਼ੀ ਸੀਗੇ। ਮੈਂ ਉਹਨਾਂ ਨੂੰ ਵੀ ਇਹੀ ਪੁੱਛਿਆ, ਤੁਹਾਨੂੰ ਵੀ ਇਹੀ ਪੁੱਛਦੇ ਜੀ। ਆ, ਇਹ ਤੇ ਅਸੀਂ ਸਾਰੀ ਜਗ੍ਹਾ ਸੁਣਦੇ ਆ ਕਿ ਤੁਹਾਨੂੰ ਜੀ। ਸਪੋਰਟ ਬਹੁਤ ਕੀਤਾ ਜੀ। ਬਟ ਉਹ ਕਿਹੜਾ ਤਬਕਾ ਸੀਗਾ ਸੋਸਾਇਟੀ ਦਾ ਜਿਹਨੇ ਜਮਾਂ ਹੀ ਸਪੋਰਟ ਨਹੀਂ ਕੀਤਾ? ਮੈਮ ਟੱਚਵੁੱਡ ਮੇਰੇ ਨਾਲ ਬਹੁਤ ਘੱਟ ਇਸ ਤਰ੍ਹਾਂ ਹੋਇਆ, ਠੀਕ ਹੈ। ਅਸੀਂ ਰਿਜੈਕਸ਼ਨ ਹੁੰਦੀ ਰਹੀ ਹੈ, Right. ਕਦੀ ਕਿਤੇ ਆਡੀਸ਼ਨ ਦੇਣ ਜਾਣਾ, ਜਾਂ ਜਦੋਂ ਘਰ ਬਾਹਰ ਰਹਿੰਦੇ ਸੀਗਾ ਤੇ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਸੀ ਮੇਰੀ ਮਾਂ ਨੂੰ, ਇਹਨੇ ਨਸ਼ਿਆਂ 'ਤੇ ਲੱਗ ਜਾਣਾ, ਨੇ ਬੁਰਾ ਕੰਮ ਕਰਨ ਲੱਗ ਪੈਣਾ, ਬਾਹਰ ਰਹਿਣ ਲੱਗ ਪੈਣਾ। Right. ਪਰ ਇੱਕ ਵਾਰੀ ਜਦੋਂ ਤੁਸੀਂ ਕੁਝ ਥੋੜਾ ਜਿਹਾ ਆਪਣੇ ਆਪ ਨੂੰ ਪ੍ਰੂਵ ਕਰ ਦਿੰਦੇ ਹੋ, ਹਾਂਜੀ ਫਿਰ ਉਹੀ ਰਿਸ਼ਤੇਦਾਰ ਤੁਹਾਡੇ ਫੇਵਰ 'ਚ ਵੀ ਹੋ ਜਾਂਦੇ ਨੇ। Right. ਫਿਰ ਉਹੀ ਲੋਕ ਜਿਨ੍ਹਾਂ ਨੂੰ ਸ਼ੱਕ ਹੁੰਦਾ, ਤੁਹਾਡੇ ਤੇ ਡਾਊਟ ਹੁੰਦਾ। ਤਾਂ ਪਰ ਮੈਨੂੰ ਸੀਗਾ ਕਿ ਚਲੋ ਸਾਨੂੰ ਤੇ ਕੁਦਰਤੀ ਸਾਡੇ ਮਾਪਿਆਂ ਨੇ ਸਪੋਰਟ ਕੀਤਾ। ਰਾਈਟ ਹਾਲਾਂਕਿ ਹਾਲਾਤ ਵੀ ਐਸੇ ਸੀਗੇ ਘਰ ਦੇ ਕਿ ਕਿਤੇ ਨਾ ਕਿਤੇ ਮਾਂ-ਬਾਪ ਦੀ ਓਬਵੀਅਸਲੀ ਐਕਸਪੈਕਟੇਸ਼ਨ ਹੁੰਦੀਆਂ ਨੇ ਕਿ Absolutely. ਅਸੀਂ ਹੁਣ ਜੇ ਇਹਨੂੰ ਪਾਲ ਪੋਸ ਕੇ ਵੱਡਾ ਕੀਤਾ, ਇਹਨੂੰ ਪੜ੍ਹਾਇਆ ਲਿਖਾਇਆ, ਜੀ। ਅੱਜ ਕੰਟਰੀਬਿਊਟ ਕਰੇ ਘਰ ਨੂੰ ਚਲਾਉਣ 'ਚ, ਪੈਸੇ ਕਮਾ ਕੇ ਲਿਆਵੇ। ਰਾਈਟ ਪਰ ਮੇਰੇ ਮਾਂ-ਬਾਪ ਨੇ ਉਦੋਂ ਵੀ ਨਹੀਂ ਕਿਹਾ ਮੈਨੂੰ। ਸੋ ਮੈਂ ਚਾਹੁੰਦਾ ਕਿ ਕਈ ਬੱਚਿਆਂ ਨਾਲ, ਲੇਕਿਨ ਸਾਰੇ ਇੰਨੇ ਖੁਸ਼ਕਿਸਮਤ ਨਹੀਂ ਹੁੰਦੇ ਵੀ, ਕਈ ਥੋਪੇ ਜਾਂਦਾ। ਮੈਂ ਜੇ ਤੁਸੀਂ ਰਜੀਵ ਢਿੰਗਰਾ ਦੀ ਗੱਲ ਕੀਤੀ, ਮੇਰੇ ਫਰੈਂਡ ਦੀ, ਜੀ ਅਸੀਂ ਸਕੂਲ ਟਾਈਮ ਤੋਂ ਇਕੱਠੇ ਹਾਂ। ਬਟ ਕਾਫੀ ਕੰਟਰੋਵਰਸ਼ੀਅਲ ਰਿਹਾ ਇਹ ਵੀ ਰਿਲੇਸ਼ਨਸ਼ਿਪ ਤੁਹਾਡਾ ਵਿਦ ਰਾਜੀਵ ਰਾਜੀਵ। ਨਾਲ? ਆਈ ਮੀਨ ਨਹੀਂ, ਦ ਕਦੀ ਨਹੀਂ। ਹੈਡਲਾਈਨਸ ਫॉर ਫਿਰੰਗੀ ਵਰ ਲਾਈਕ ਆਲ ਓਵਰ ਦ ਪਲੇਸ ਕਿ ਰਾਜੀਵ ਨੇ ਤੁਹਾਡਾ ਕੈਰੀਅਰ ਖਰਾਬ ਕੀਤਾ, ਰਾਜੀਵ ਨੇ ਪਰ ਲੋਕੀ ਕਹਿੰਦੇ ਨੇ, ਮੈਂ ਤਾਂ ਕਦੀ ਵੀ ਅੱਜ ਤੱਕ ਨਹੀਂ ਬੋਲਿਆ। ਠੀਕ ਹੈ, ਫਿਲਮ ਨਹੀਂ ਵਰਕ ਕੀਤੀ, ਇਟ ਡਸਨਟ ਮੀਨਸ, ਉਹਦੀ ਵੀ ਡੈਬਿਊ ਫਿਲਮ ਸੀਗੀ ਹਿੰਦੀ, ਰਾਈਟ ਉਹਦਾ ਕੋਈ ਚਾਹੁੰਦਾ ਥੋੜੀ ਨਾ ਸੀਗਾ ਫਿਲਮ ਖਰਾਬ ਹੋਵੇ, Absolutely. ਇੰਟੈਂਸ਼ਨ ਥੋੜੀ ਨਾ ਉਹਦੀ ਬੁਰੀ ਸੀਗੀ। ਠੀਕ ਹੈ, ਚੀਜ਼ਾਂ ਚੱਲਦੀਆਂ, ਚੀਜ਼ਾਂ ਨਹੀਂ ਚੱਲਦੀਆਂ। ਤੁਸੀਂ ਇਹ ਦੱਸਿਆ ਕਿ ਫਿਰੰਗੀ ਵਾਸ ਅ ਗੁੱਡ ਫਿਲਮ, ਬਟ ਲੋਕੀ ਜਦੋਂ ਫਿਰੰਗੀ ਬਹੁਤ ਅੱਛੀ ਕਹਿੰਦੇ ਫਿਲਮ ਨੇ, ਸੀਗੀ, ਫਿਰੰਗੀ ਬਹੁਤ ਅੱਛੀ ਫਿਲਮ ਸੀਗੀ। ਹਾਂ, ਸੋ ਵੈਨ ਪੀਪਲ ਸੇ ਥੋੜ੍ਹੀ- ਕਿ ਮਾੜੀਆਂ ਫਿਲਮਾਂ ਤੁਸੀਂ ਬਣਾਈਆਂ, ਤੁਹਾਡਾ ਕੀ ਰਿਐਕਸ਼ਨ ਰਹਿੰਦਾ? ਠੀਕ ਹੈ ਜੀ, ਬੜੇ ਧੁਰੰਦਰ ਜਿਹੜੇ ਨੇ, ਅਸੀਂ ਤਾਂ ਖੈਰ ਬੱਚੇ ਹਾਂ ਹਲੇ ਜੀ। ਇਸ ਇੰਡਸਟਰੀ 'ਚ। ਰਾਜ ਕਪੂਰ ਸਾਹਿਬ ਦੀ ਫਿਲਮ ਹੈ ਜੀ ਇੱਕ, ਮੇਰਾ ਨਾਮ ਜੋਕਰ। ਜੀ ਉਹ ਫਿਲਮ ਕਹਿੰਦੇ ਆ ਕਿ ਅਸੀਂ ਤਾਂ ਉਦੋਂ ਸੀਗੇ ਨਹੀਂ, ਜੰਮੇ ਵੀ ਨਹੀਂ ਸੀਗੇ, ਪਰ ਸੁਣਿਆ ਜਦੋਂ ਫਿਲਮ ਰਿਲੀਜ਼ ਹੋਈ ਸੀ ਉਹ ਚੱਲੀ ਨਹੀਂ ਸੀਗੀ। Right. ਪਰ ਅੱਜ ਦੀ ਡੇਟ ਦੇ ਵਿੱਚ ਉਹ ਦੇਖੋ ਤੁਸੀਂ ਟੀਵੀ ਤੇ ਜਦ ਵੀ ਆਉਂਦੀ ਆ, Classics ਬਣ ਲੋਕੀ ਜਿੱਥੋਂ ਵੀ ਕਲਾਸਿਕ ਸਿਨੇਮਾ ਹੋ, ਤਾਂ ਇਹ ਚੀਜ਼ਾਂ ਹੁੰਦੀਆਂ ਨੇ ਜੀ ਕਈ ਵਾਰੀ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਨਾ ਵੱਡੀਆਂ ਮਛਲੀਆਂ ਜਿਹੜੀਆਂ ਨੇ, ਤੁਹਾਨੂੰ ਨਾਲ ਜੋੜਨਾ ਪੈਂਦਾ ਉਹਨਾਂ ਨੂੰ। Absolutely. ਵੱਡੇ ਪ੍ਰੋਡਕਸ਼ਨ ਹਾਊਸ ਨੇ ਤੇ ਉਹ ਤੁਹਾਡੇ ਰਿਲੀਜ਼ ਦੇ ਵਿੱਚ ਬੜੀਆਂ ਚੀਜ਼ਾਂ ਪ੍ਰੋਬਲਮ ਕ੍ਰੀਏਟ ਕਰਨਗੇ। ਉਹ ਮੇਰੀ ਲਰਨਿੰਗ ਸੀਗੀ। ਤੁਸੀਂ ਜਿਨ੍ਹਾਂ ਨੂੰ ਵੱਡੇ ਕਹਿ ਰਹੇ ਹੋ, ਕੌਣ ਹੈਗੇ ਆ ਲੋਕ? ਬੜੇ ਲੋਕ ਹੁੰਦੇ ਨੇ ਜੀ, ਮੈਂ ਹੁਣ ਪਾਰਟਿਕੂਲਰ ਇੱਦਾਂ ਨਾਮ ਤੇ ਨਹੀਂ ਲਵਾਂਗਾ, ਪਰ ਇਸ ਤਰ੍ਹਾਂ ਹੁੰਦਾ। In ਕਿਉਂਕਿ Bollywood? ਮੈਂ ਫੋਰ ਐਗਜ਼ਾਮਪਲ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਜੀ। ਕੋਈ ਵੱਡਾ ਪ੍ਰੋਡਕਸ਼ਨ ਹਾਊਸ ਹੋਊਗਾ, ਸਪੋਜ਼ ਇੱਕ ਰੇਡੀਓ ਹੈ, ਜੀ ਰੇਡੀਓ ਦੀ ਪ੍ਰੋਗਰਾਮਿੰਗ ਹੈ ਜੀ ਜੀ। 12 ਘੰਟੇ ਦੀ। ਰਾਈਟ 12 ਘੰਟਿਆਂ ਦੇ ਵਿੱਚੋਂ ਅਗਰ 4 ਘੰਟੇ ਉਹਨਾਂ ਨੂੰ ਨਿਊਜ਼ ਦੇਣੀਆਂ ਨੇ, 4 ਘੰਟੇ ਦੇਣਾ, 4 ਘੰਟੇ ਤੁਸੀਂ ਸਪੌਟ ਖਰੀਦ ਲੈਂਦੇ ਹੋ, 4 ਘੰਟੇ ਤੁਸੀਂ 뮤직 ਪਲੇ ਕਰਨਾ ਹੈ। Right. ਔਰ ਅਗਰ ਉਹ ਕਿਸੇ ਵੱਡੀ ਕੰਪਨੀ ਨੇ 뮤직 ਦੇ ਸਾਰੇ ਸਪੌਟਸ ਖਰੀਦਣੇ ਨੇ, ਜੀ 4 ਘੰਟੇ ਦੇ ਵਿੱਚੋਂ 3 ਘੰਟੇ ਉਹਨਾਂ ਨੇ ਖਰੀਦ ਲਏ ਨੇ, Right. ਤੇ ਤੁਸੀਂ ਇੰਡੀਵਿਜੂਅਲ ਆਪਣਾ 뮤직 ਰਿਲੀਜ਼ ਕਰ ਰਹੇ ਹੋ, ਜੀ ਤੇ ਤੁਹਾਨੂੰ ਕੋ ਮਿਲਿਆ ਉਹ 1 ਘੰਟਾ, 1 ਘੰਟੇ ਦਾ ਔਰ 1 ਘੰਟੇ ਦੇ ਵਿੱਚ 20 ਫਿਲਮਾਂ ਹੋਰ ਵੀ ਨੇ ਜਿਹੜੇ ਇੰਡੀਵਿਜੂਅਲ ਵੀ ਸ਼ਾਇਦ ਆਣਗੀਆਂ। ਤੇ ਜਦ ਤੱਕ ਤੁਸੀਂ ਉਸ ਕੰਪਨੀ ਨੂੰ ਨਾਲ ਨਹੀਂ ਜੋੜੋਗੇ, ਹਾਂ ਉਹ ਸ਼ਾਇਦ ਆਪਣਾ ਖਰਾਬ ਗਾਣਾ ਵੀ 3 ਘੰਟੇ ਚਲਾਈ ਜਾਣਗੇ, Right. ਪਰ ਤੁਹਾਡਾ ਚੰਗਾ ਵੀ ਹੋਏਗਾ ਤੇ ਉਹਨੂੰ ਨਾ ਉਹ ਪਲੇਸ ਨਹੀਂ ਮਿਲੇਗੀ, ਪਲੇਸਿੰਗ ਨਹੀਂ ਸਹੀ ਮਿਲੂਗੀ, Absolutely. ਉਹਨੂੰ ਨਾ ਐਕਸਪੋਜ਼ਰ ਨਹੀਂ ਮਿਲੂਗਾ। ਕਪਿਲ ਜੀ ਦੇਖੋ, ਤੁਸੀਂ ਬਾਲੀਵੁੱਡ ਦੇ ਵਿੱਚ ਵੀ ਕੰਮ ਜੀ। ਕਰ ਲਿਆ, ਪੰਜਾਬੀ ਸਿਨੇਮਾ ਦੇ ਵਿੱਚ ਵੀ ਆ ਗਏ, ਦੋਨੋਂ ਇੰਡਸਟਰੀਜ਼ ਦੇ ਵਿੱਚ ਨਾ ਆਪਣੀ ਆਪਣੀ ਇੱਕ ਮੋਨੋਪੋਲੀ ਹੈਗੀ ਹੈ।
ਜੀ ਜਦੋਂ ਤੁਸੀਂ ਉੱਥੇ ਕੰਮ ਕੀਤਾ ਉੱਥੇ ਆਬਵੀਅਸਲੀ ਵੀ ਨੋ ਦੈਟ ਹੂ ਆਰ ਦ ਲੀਡਰਸ ਜੀ ਇਸ ਇੰਡਸਟਰੀ ਦੇ ਵਿੱਚ ਦਿੱਕਤਾਂ ਕੀ ਆਈਆਂ ਸੀ? ਮੈਨੂੰ ਮੈਮ ਸੱਚ ਪੁੱਛੋ ਤਾਂ ਕੋਈ ਵੀ ਦਿੱਕਤ ਨਹੀਂ ਆਈ, ਕਿਉਂਕਿ ਮੈਂ ਤੇ ਅੱਜ ਤੱਕ ਇੱਕ ਵਾਰੀ ਵੀ ਸੈੱਟ ਤੇ ਵੀ ਨਹੀਂ ਆਇਆ, ਕਿਉਂਕਿ ਉਸ ਟਾਈਮ ਮੈਂ ਫਿਲਮ ਕਰ ਰਿਹਾ ਸੀ ਫਿਰੰਗੀ, ਰਾਜੀਵ ਡਾਇਰੈਕਟ ਕਰ ਰਿਹਾ ਸੀਗਾ ਮੇਰੇ ਨਾਲ, ਤੇ ਮੈਂ ਉਦੋਂ ਸੈੱਟ ਤੇ ਵੀ ਨਹੀਂ ਆਇਆ ਕਿਉਂਕਿ ਮੈਂ ਵੀ ਉਦੋਂ ਬਿਜ਼ੀ ਸੀਗਾ। ਪਰ ਮੈਨੂੰ ਇਹ ਪਤਾ ਸੀਗਾ ਕਿ ਜਿਹੜੇ ਬੰਦਿਆਂ ਦੇ ਹੱਥ ਮੈਂ ਜ਼ਿੰਮੇਵਾਰੀ ਦਿੱਤੀ ਹੈ ਉਹ ਆਲਰੇਡੀ ਮੇਰੇ ਘਰ ਦੇ ਬੰਦੇ ਨੇ। ਵਿਕਰਮ ਮੇਰਾ ਪੁਰਾਣਾ ਦੋਸਤ ਹੈ ਜੀ, ਕਾਲਜ ਟਾਈਮ ਦਾ। ਕੁੱਗੀ ਭਾਜੀ ਮੇਰੇ ਵੱਡੇ ਭਰਾ ਵਰਗੇ ਨੇ। ਉਹ ਮੈਨੂੰ ਪਤਾ ਸੀਗਾ ਕਿ ਇਹ ਆਪੇ ਸਾਂਭਣਗੇ। ਉਹ ਸਿਰਫ ਮੈਂ ਤੇ ਜਿੰਨਾ ਜੋ ਫੰਡਿੰਗ ਸੀਗੀ ਅਲਾਟ ਕਰਤੀ, ਉਸ ਤੋਂ ਬਾਅਦ ਗਰੋਵਰ ਸਿਰਫ ਡਾਇਰੈਕਟਰ ਨਹੀਂ ਹੈ, ਉਹ ਇੱਕ ਚੀਜ਼ ਹਰ ਇੱਕ ਡਿਪਾਰਟਮੈਂਟ ਨੂੰ ਧਿਆਨ ਰੱਖਦਾ ਸੀਗਾ ਕਿ ਯਾਰ ਪੈਸਾ ਨਜਾਇਜ਼ ਨਾ ਖਰਚਾ ਹੋਵੇ, ਪੈਸੇ ਦੀ ਚੋਰੀ ਨਾ ਹੋਵੇ, ਜਿਹੜਾ ਪੈਸਾ ਲੱਗੇ ਫਿਲਮ ਦੇ ਉੱਪਰ ਲੱਗੇ। ਕੁੱਗੀ ਭਾਈ ਨੇ ਤਾਂ ਉਹਨਾਂ ਨੇ 1 ਰੁਪਿਆ ਵੀ ਨਹੀਂ ਲਿਆ ਇਸ ਫਿਲਮ ਲਈ। ਯਾ ਯੂ ਟੋਲਡ ਮੈਂ ਰੈਪੀਟਿਡਲੀ ਤੁਸੀਂ ਇਹ ਚੀਜ਼ ਕਹੀ। ਮੈਂ ਇਸ ਕਰਕੇ ਕਹਿੰਦਾ ਕਿ ਤਾਂ ਕਿ ਲੋਕਾਂ ਨੂੰ ਲੱਗੇ ਕਿ ਜਿਹੜੇ ਆਰਟਿਸਟ ਹੈ ਜਾਂ ਪ੍ਰੋਡਿਊਸਰ ਹੈ, ਹਰ ਕੋਈ ਬੰਦਾ ਕਮਾਉਣ ਵਾਸਤੇ ਨਹੀਂ ਸੋਚਦਾ ਵੀ ਰੱਬ ਨੇ ਉਹਨਾਂ ਨੂੰ ਬਹੁਤ ਦਿੱਤਾ ਜੀ। ਇੰਨੇ ਸਾਲਾਂ ਤੋਂ ਟੀਵੀ ਕਰ ਰਹੇ ਨੇ, ਫਿਲਮਾਂ ਕਰ ਰਹੇ ਨੇ, ਪਰਮਾਤਮਾ ਨੇ ਬਹੁਤ ਉਹਨਾਂ ਨੂੰ ਚੰਗੇ ਮਕਾਮ ਤੇ ਰੱਖਿਆ। ਉਹ ਚਾਹੁੰਦੇ ਤੇ ਉਹ ਵੀ ਪੈਸੇ ਲੈ ਸਕਦੇ ਸੀਗੇ, ਕਿਉਂ ਨਾ ਲੈਣਾ? ਉਹਨਾਂ ਦਾ ਬਣਦਾ ਵੀ ਹੈ, ਸਾਡੀ ਬ੍ਰੈਡ ਬਟਰ ਹੈ। ਪਰ ਉਹਨਾਂ ਨੇ ਕਿਹਾ ਯਾਰ ਇਹ ਫਿਲਮ ਬਣਨੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਕਿ ਪੈਸੇ ਹੱਥੋਂ ਜਾਂ ਬਜਟ ਵਾਈਜ਼ ਸਾਨੂੰ ਅਸੀਂ ਕਿਤੇ ਰਹਿ ਜਾਈਏ। ਜੀ ਜੀ ਜੀ। ਕਪਿਲ ਜੀ, ਪ੍ਰਿਯੰਕਾ ਚੋਪੜਾ ਜੀ, ਰਾਜ ਕੁੰਦਰਾ, ਦੇयर इज अ लॉट ऑफ अदर्स, ਮਹੇਸ਼ ਭੱਟ, ਇਹ ਸਾਰੇ ਇੱਥੇ ਆਏ। ਆਈ ਮੀਨ ਰਾਜ ਕੁੰਦਰਾ ਇਜ਼ ਯੈਟ ਟੂ ਡੈਬਿਊ ਇਨ ਦ ਪੰਜਾਬੀ ਫਿਲਮਸ, ਬਟ ਇਹਨਾਂ ਦੀ ਜਿਹੜੀ ਹੈਗੀ ਹੈ ਪ੍ਰਿਯੰਕਾ ਚੋਪੜਾ ਦਾ ਪ੍ਰੋਡਕਸ਼ਨ ਹਾਊਸ ਹੋ ਗਿਆ ਐਂਡ ਦੀ ਅਦਰ ਵਨ ਜੀ, ਇਹਨਾਂ ਦੀਆਂ ਫਿਲਮਾਂ ਕੁਝ ਖਾਸ ਕਰ ਨਹੀਂ ਪਈਆਂ ਜੀ। ਡਿਡ ਯੂ ਸੀ ਕਿ ਪਹਿਲਾਂ ਕੋਈ ਬਿਗ ਫਿਸ਼ ਪੌਂਡ ਦੇ ਵਿੱਚ ਆਵੇ ਫਿਰ ਮੈਂ ਪ੍ਰੋਡਿਊਸ ਕਰਾਂ, ਜਾਂ ਸਟਾਰਟਿੰਗ ਤੋਂ ਤੁਹਾਡਾ ਸੀਗਾ ਕਿ ਮੈਂ ਪੰਜਾਬੀ ਇੰਡਸਟਰੀ ਦੇ ਵਿੱਚ ਵੈਂਚਰ ਕਰਨਾ ਹੀ ਕਰਨਾ? ਜੀ ਨਹੀਂ ਮੈਮ, ਇਦਾਂ ਦੀ ਕੋਈ ਗੱਲ ਨਹੀਂ ਸੀ। ਮੈਨੂੰ ਐਕਚੁਅਲੀ ਸੱਚ ਪੁੱਛੋ ਤੇ ਪ੍ਰੋਡਿਊਸਰ ਬਣਨ ਦਾ ਕੋਈ ਸ਼ੌਂਕ ਨਹੀਂ ਹੈ, ਕਿਉਂਕਿ ਮੈਨੂੰ ਪ੍ਰੋਡਕਸ਼ਨ ਦੀ ABC ਵੀ ਨਹੀਂ ਪਤਾ। ਅੱਛਾ, ਸ਼ਾਇਦ ਉਹੀ ਕਾਰਨ ਸੀਗਾ ਮੇਰੀ ਫਿਰੰਗੀ ਦਾ ਵੀ ਫਲॉप ਹੁੰਦਾ। ਇਹ ਚੀਜ਼ ਕਿ ਰਿਸਕੀ ਹੈਗੀ ਮੈਮ, ਬਿਲਕੁਲ ਕੀ ਹੋ ਰਿਹਾ ਹੈ ਔਨ ਦ ਹਾਂ। ਸੈਟ। ਪਰ ਮੈਂ ਦੋ ਡਿਫਰੈਂਟ ਚੀਜ਼ਾਂ ਨੇ। ਫਿਰੰਗੀ ਵੇਲੇ ਫਿਰੰਗੀ ਦਾ ਬਜਟ ਸੀਗਾ 25 ਕਰੋੜ ਰੁਪਇਆ ਜੀ, ਪਰ ਉਹ ਬੰਦੇ ਕਦੋਂ 36 ਕਰੋੜ ਦੀ ਹੋ ਗਈ ਮੈਨੂੰ ਨਹੀਂ ਪਤਾ ਲੱਗਾ। ਉਹ ਮੇਰਾ ਸਾਰਾ ਪੈਸਾ ਉਹ 'ਚ ਬੜਾ ਵੇਸਟ ਹੋਇਆ, ਪਰ ਮੈਨੂੰ ਨਹੀਂ ਸੀ ਪਤਾ ਉਦੋਂ। ਬਟ ਤੁਹਾਨੂੰ ਲੱਗਦਾ ਅੱਜ ਦੀ ਡੇਟ ਦੇ ਵਿੱਚ ਵੀ ਪ੍ਰੋਡਿਊਸਰ ਦਾ ਪੈਸਾ ਵੇਸਟ ਹੁੰਦਾ ਹੈ? ਕਿਉਂਕਿ ਦੇयर ਸੋ ਮੈਨੀ ਪਲੇਟਫਾਰਮਸ ਫਰਮ ਵੇਅਰ ਯੂ ਕੈਨ ਅਰਨ। ਹਾਂਜੀ, ਹੋ ਜਾਂਦਾ, ਪਰ ਮੇਰੇ ਉਦੋਂ ਮੈਂਟਲ ਸਟੇਟ ਵੀ ਠੀਕ ਨਹੀਂ ਸੀ। ਮੈਂ ਨਾ ਕਿਸੇ ਨੂੰ ਸੈਟਲਾਈਟ ਵੇਚੇ, ਨਾ ਮੈਂ ਕਿਸੇ ਡੀਲ 'ਚ ਆਪ ਬੈਠਾ। ਅੱਗੋਂ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਜੋ ਕੀਤਾ, ਮੈਂ ਓਕੇ ਮੈਂਟਲ ਸਟੇਟ ਨਾਟ ਫਾਈਨ ਹੋ ਜਾਂਦਾ ਮੈਮ। ਕਿਸੇ ਵੇਲੇ ਮੈਂ ਉਹਦਾ ਪਾਰਟਿਕੂਲਰ ਰੀਜ਼ਨ ਨਹੀਂ ਦੱਸ ਸਕਦਾ ਕੋਈ, ਪਰ ਇਹ ਦਿਮਾਗ ਐਸੀ ਰੱਬ ਨੇ ਕਸੂਤੀ ਚੀਜ਼ ਬਣਾਈ ਨਾ, ਪਤਾ ਨਹੀਂ। ਆਰਟਿਸਟ ਆਦਮੀ ਹੈ ਮੈਂ ਕ੍ਰੀਏਟਿਵ ਚੀਜ਼ਾਂ ਸੋਚਦਾ ਜੀ, ਔਰ ਐਕਸਟ੍ਰੀਮਿਸਟ ਹਾਂ ਮੈਂ। ਜੋ ਸੋਚਦਾ, ਜੇ ਪਿੱਛੇ ਜੇ ਕੰਮ ਨਹੀਂ ਸੀ ਕਰ ਰਿਹਾ ਕੋਈ, ਦਿਮਾਗ ਕੰਮ ਕਰਨਾ ਬੰਦ ਹੋ ਜਾਂਦਾ ਕਿਸੇ ਟਾਈਮ ਤੇ ਜੀ। ਪੀਣੀ ਪੁਣੀ ਸ਼ੁਰੂ ਕਰਤੀ ਮੈਂ, ਪੀਣੀ ਵੀ ਸ਼ੁਰੂ ਕਰਤੀ ਤੇ ਉਹ ਵੀ ਰੱਜ ਕੇ ਪੀਣੀ ਸ਼ੁਰੂ ਕਰਤੀ। ਪਿੱਛੇ ਤੇ ਤਾਂ ਇਦਾਂ ਦਾ ਪੀਰੀਅਡ ਆ ਗਿਆ ਸੀਗਾ ਕਿ ਦਿਨੇ ਵੀ ਮੈਂ ਪੀ ਲੈਂਦਾ ਹੁੰਦਾ ਸੀਗਾ, ਦਿਲ ਨਹੀਂ ਸੀ ਕਰਦਾ ਘਰੋਂ ਬਾਹਰ ਨਿਕਲਣ ਨੂੰ। ਉਹ ਫੇਸ ਬੁਰਾ ਫੇਸ ਸੀਗਾ ਬਹੁਤ ਜ਼ਿਆਦਾ, ਦਿਲ ਤੇ ਗੱਲਾਂ ਲੱਗ ਜਾਂਦੀਆਂ ਕੁਝ। ਐਨੀਵੇਜ਼, ਸੋ does it happen when you reach at a top level and you know, ਕਿਉਂਕਿ ਹਨੀ ਸਿੰਘ ਦੀ ਜੇ ਅਸੀਂ ਗੱਲ ਕਰੀਏ, ਉਹ ਵੀ ਉਸ ਜਗ੍ਹਾ ਤੇ ਸੀਗੇ ਜਦੋਂ ਸਡਨਲੀ ਹੀ ਗॉट ਇਨਟੂ ਦਿਸ। ਸੋ ਅੱਜ ਤੱਕ ਉਹ ਕੋਸ਼ਿਸ਼ ਕਰ ਰਹੇ ਨੇ ਰਿਟਰਨ ਕਰਨ ਦੀ। ਡਸ ਇਟ ਹੈਪਨ ਇਨ ਅ ਸੈਲੀਬ੍ਰਿਟੀਜ਼ ਲਾਈਫ ਕਿ ਉਹ ਇੰਨਾ ਵੱਡਾ ਹੋ ਜਾਂਦਾ, ਉਹਦੇ ਬਾਅਦ ਇੱਕ ਖਾਲੀਪਨ ਆ ਜਾਂਦਾ ਜ਼ਿੰਦਗੀ ਦੇ ਵਿੱਚ? ਇਜ਼ ਇਟ ਦੈਟ ਯੂ? ਮੈਨੂੰ ਇਦਾਂ ਵੀ ਲੱਗਦਾ ਬਿਲਕੁਲ ਮੈਮ, ਇਹ ਵੀ ਚੀਜ਼ਾਂ ਹੁੰਦੀਆਂ ਨੇ। ਤੁਸੀਂ ਬਾਹਰ ਜਾਂਦੇ ਹੋ ਤਾਂ ਤੁਹਾਡੇ ਮੂੰਹ ਤੇ ਫਲੈਸ਼ਾਂ ਵੱਜ ਰਹੀਆਂ ਨੇ ਜੀ, ਚਾਰੇ ਪਾਸੇ ਲੋਕੀ ਮਿਲ ਰਹੇ ਨੇ। ਘਰ ਜਾਂਦੇ ਹੋ ਤੇ ਸਡਨ ਲੱਗਦਾ ਅੱਛਾ ਘਰ ਆ ਗਏ ਆ, ਇਕੱਲੇ ਹੀ ਆ। ਮੰਮੀ ਮੇਰੀ ਅੰਮ੍ਰਿਤਸਰ ਰਹਿੰਦੇ ਸੀਗੇ, ਕਦੀ ਆ ਜਾਂਦੇ ਬੰਬੇ। ਬ੍ਰਦਰ ਮੇਰੀ ਫੈਮਿਲੀ ਸਾਰੀ ਅੰਮ੍ਰਿਤਸਰ ਹੀ ਹੈ ਜੀ। ਲੋਕੀ ਨਾ ਵੱਡਾ ਬਣਾ ਦਿੰਦੇ ਨੇ ਲੋਕਾਂ ਨੂੰ ਐਵੇਂ। ਹੁਣ ਮੈਂ ਲੋਕਾਂ ਦੇ ਵਿੱਚੋਂ ਨਿਕਲਿਆ ਵਾਂ, ਮੈਂ ਬੜੀ ਵਾਰੀ ਥੋੜ੍ਹੀਆਂ ਚੀਜ਼ਾਂ ਨਾ ਜੋ ਓਬਜ਼ਰਵ ਕੀਤੀਆਂ ਕਿ ਕੋਈ ਵੀ ਫਿਲਮ ਸਟਾਰ ਹੋਵੇ ਜਾਂ ਕੋਈ ਟੀਵੀ ਵਾਲਾ ਬੰਦਾ ਹੋਵੇ ਨਾ, ਲੋਕੀ ਝਿਜਕਦੇ, ਕਈ ਵਾਰੀ ਪੁੱਛਦੇ ਆ ਕਿ ਹੈ ਨਾ, ਕੈਨ ਵੀ ਹੈਵ ਅ ਪਿਕ ਵਿਦ ਯੂ, ਔਰ ਜੋ ਮੇਰੇ ਨਾਲ ਲੋਕੀ ਬਾਂਹ ਫੜ ਲੈਂਦੇ ਮੈਨੂੰ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡਾ ਹੀ ਆਪਣੇ ਘਰ ਚੋਂ ਨਿਕਲਿਆ। ਲੋਕੀ ਕਈ ਵਾਰੀ ਨਾ ਤੁਹਾਡੇ ਤੋਂ ਐਵੇਂ ਜਿਹੀਆਂ ਉਮੀਦਾਂ, ਤੁਹਾਨੂੰ ਰੱਬ ਬਣਾਉਣ ਦੇ ਵਿੱਚ ਨਾ ਕੋਈ ਕਸਰ ਨਹੀਂ ਛੱਡਦੇ ਵੀ। ਲੋਕੀ ਪਿਆਰ ਕਰਦੇ ਨੇ ਤੁਹਾਨੂੰ, ਪਰ ਐਟ ਦਾ ਸੇਮ ਟਾਈਮ ਕੁਝ ਨੈਗੇਟਿਵ ਲੋਕ ਵੀ ਹੁੰਦੇ ਨੇ ਜਿਹੜੇ ਤੁਹਾਨੂੰ ਲਾਈਕ ਨਹੀਂ ਕਰਦੇ ਉਦੋਂ, ਜਿਹੜੇ ਹੇਟਰਸ ਵੀ ਹੁੰਦੇ ਨੇ ਤੁਹਾਡੇ। ਖੈਰ ਮੈਂ ਉਹਨਾਂ ਵੱਲ ਵੇਖਦਾ ਵੀ ਨਹੀਂ, ਪਰ ਕਿਤੇ ਨਾ ਕਿਤੇ ਨਾ ਜਦੋਂ ਨੈਗੇਟਿਵਿਟੀ ਫੈਲਾਉਂਦਾ ਨਾ ਮੀਡੀਆ। ਅੱਜ ਨਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਹੋਈ, ਉਹਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਸੀਗੀਆਂ। ਹਾਂ, ਉਹ ਪ੍ਰੈਸ ਕਾਨਫਰੰਸ ਮੈਂ ਵੇਖਿਆ, ਅੱਛਾ ਇੱਥੇ ਅਸੀਂ ਸਿਰਫ ਮੀਡੀਆ ਦਾ ਕਸੂਰ ਕੱਢੀਏ, ਉਹ ਵੀ ਗਲਤ ਹੈ। ਨੈਗੇਟਿਵਿਟੀ ਵਿਖਦੀ ਬੜੀ ਹੈ। ਇੱਕ ਆਮ ਬੰਦਾ, ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਬਾਰੇ ਕੰਟਰੋਵਰਸੀਜ਼ ਬੜੀਆਂ ਆਉਂਦੀਆਂ, ਅਗਰ ਮੇਰੇ ਬਾਰੇ ਸਿਰਫ ਸਿੱਧਾ ਲਿਖੀ ਜਾਓਗੇ ਤੇ ਲੋਕਾਂ ਨੂੰ ਠੀਕ ਹੈ, ਤੇ ਰੋਜ਼ ਹੀ ਆਉਂਦੀ ਜੀ, ਬੰਦਾ ਸਵੇਰੇ ਉੱਠਦਾ ਜੀ, ਬੜਾ ਯੋਗਾ ਕਰਦਾ, ਠੀਕ ਹੈ। ਜਦੋਂ ਤੁਸੀਂ ਲਿਖ ਦਿਓ ਕਿ ਜੀ ਇਹਨੇ ਫालतू ਜਗ੍ਹਾ ਤੇ ਇਦਾਂ ਕੋਈ ਫालतू ਬਦਤਮੀਜ਼ੀ ਕੀਤੀ, ਉਹ ਨਿਊਜ਼ ਝੱਟ ਵਿਕਦੀ ਹੈ। ਲੋਕਾਂ ਦਾ ਵੀ ਉਹਦੇ ਵਿੱਚ ਬੜਾ ਹੱਥ ਆ ਕਿ ਲੋਕੀ ਅਗਰ ਇਗਨੋਰ ਹੀ ਕਰ ਦੇਣ ਇਹੋ ਜਿਹੀਆਂ ਚੀਜ਼ਾਂ। ਮੈਂ ਤੁਹਾਨੂੰ ਉਦੋਂ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ 9/11 ਟ੍ਰੈਜਡੀ ਹੋਈ, ਅਮਰੀਕਨ ਮੀਡੀਆ ਨੇ, ਸਾਰਿਆਂ ਨੂੰ ਪਤਾ ਸੀਗਾ ਕਿ ਇੱਥੇ ਇੰਨੇ ਹਜ਼ਾਰ ਬੰਦਾ ਮਰ ਗਿਆ, ਪਰ ਕਿਸੇ ਨੇ ਵੀ ਲਾਸ਼ਾਂ ਦੀ ਫੋਟੋ ਨਹੀਂ ਦਿਖਾਈ।
ਕਿਉਂਕਿ ਸੈਂਸਿਟਿਵ ਮੁੱਦਾ, ਕੱਲ ਨੂੰ ਬੱਚੇ ਦੇਖਣ, ਉਹਨਾਂ ਦੇ ਮਨ ਤੇ ਇਸ ਚੀਜ਼ ਦਾ ਪ੍ਰਭਾਵ ਨਾ ਪਵੇ, ਹੈਨਾ। ਕੱਲ ਨੂੰ ਉਹ ਸੋਚਣ ਜੀ ਸਾਡੇ ਤੇ ਇਦਾਂ ਕੀਤਾ ਸੀਗਾ, ਹੁਣ ਅਸੀਂ ਵੱਡੇ ਹੋ ਕੇ ਬਦਲਾ ਲਵਾਂਗੇ। ਉਹ ਸੋਚੋ ਤੁਸੀਂ ਕਿੰਨੀਆਂ ਜਨਰੇਸ਼ਨਾਂ ਤੇ ਪ੍ਰਭਾਵ ਪੈਂਦਾ ਇਸ ਚੀਜ਼ ਦਾ। ਸੋ ਮੀਡੀਆ ਦਾ ਬੜਾ ਵੱਡਾ ਹੱਥ ਹੈ ਜੀ। ਸੋ ਨੈਗੇਟਿਵਿਟੀ ਵਿਕਦੀ ਹੈ ਪਰ ਉਹ ਮੀਡੀਆ ਦੇ ਹੱਥ ਵਿੱਚ ਹੈ ਜੀ। ਮੈਂ ਕਹਿੰਦਾ ਹਮੇਸ਼ਾ ਇੱਕ ਗੱਲ ਕਹਿੰਦਾ, ਡੈਮੋਕ੍ਰੇਸੀ ਦਾ ਚੌਥਾ ਪਿਲਰ ਹੈ ਜੀ, ਔਰ ਚੌਥੇ 4 ਪਿਲਰਾਂ ਦੇ ਵਿੱਚੋਂ ਸਭ ਤੋਂ ਅਗਰ ਪਹਿਲਾ ਮੈਂ ਪਿਲਰ ਮੀਡੀਆ ਨੂੰ ਕਹਾਂ ਤੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ। ਸੋ ਮੀਡੀਆ ਦਾ ਵੀ ਜ਼ਿੰਮੇਵਾਰੀ ਬਣਦੀ ਹੈ ਜੀ। ਬਟ ਜੇ ਅਜਿਹਾ ਇੱਕ ਮੀਡੀਆ ਹਾਊਸ ਖੜਾ ਹੋ ਕੇ ਬੋਲਦੇ ਅਸੀਂ ਕਪਿਲ ਸ਼ਰਮਾ ਨੂੰ ਪ੍ਰਮੋਟ ਨਹੀਂ ਕਰਨਾ ਉਹਦੀ ਫਿਲਮ ਬਾਰੇ, ਤੇ ਨਾ ਕਰੇ। ਮੈਨੂੰ ਕਿਸੇ ਮੀਡੀਆ ਨੇ ਤਾਂ ਬਣਾਇਆ ਨਹੀਂ, ਪਹਿਲੀ ਗੱਲ ਇਹ ਹੈ। ਮੈਨੂੰ ਤੇ ਲੋਕਾਂ ਨੇ ਪਿਆਰ ਦਿੱਤਾ, ਮੈਂ ਆਪਣੇ ਕੰਮ ਦੀ ਵਜ੍ਹਾ ਕਰਕੇ ਆਇਆ। ਔਰ ਦੂਜੀ ਗੱਲ ਇਹ ਮੈਮ, ਅੱਜ ਕੱਲ੍ਹ ਨਾ ਮੀਡੀਆ ਪੋਰਟਲ ਜਿਹੜੇ ਛੋਟੇ ਬਣ ਗਏ ਨਾ ਕਈ, ਐਵੇਂ ਬਣਾ ਦੇਣਗੇ ਜੀ ਫਲਾਣਾ ਬਾਲੀਵੁੱਡ ਔਰ ਇਹ ਉਹ, ਔਰ ਆਪਣੇ 5-6 ਲਾਈਕ ਲੈਣ ਲਈ ਨਾ ਗੰਦਾ ਜਿਹਾ ਹੈਡਲਾਈਨ ਲਿਖ ਦੇਣਗੇ। ਔਰ ਕੱਲ ਇੱਕ ਬੰਦੇ ਨੇ ਮੈਨੂੰ ਕਿਸੇ ਨੇ ਮੈਗਜ਼ੀਨ ਗਿਫਟ ਕੀਤੀ, ਉਹ 'ਚ ਲਿਖਿਆ ਸੀ ਕਿ ਕਪਿਲ ਸ਼ਰਮਾ ਪਹੁੰਚੇ ਸਲਮਾਨ ਖਾਨ ਦੀ ਸ਼ਰਨ 'ਚ। ਆਹੋ ਇਦਾਂ ਲਿਖਿਆ ਸੀ ਉਹਨਾਂ ਨੇ, ਕਹਿੰਦਾ ਸਾਡੀ ਮੈਗਜ਼ੀਨ ਹੈ ਜੀ। ਕੁਦਰਤੀ ਮੈਂ ਪੜ੍ਹਨਾ ਤੇ ਮੈਂ ਇੱਕ ਖਬਰ ਪੜ੍ਹ ਲਈ, ਮੈਂ ਕਿਹਾ ਕਿ ਲਿਆ ਜੇ, ਕੁੱਗੀ ਭਾਜੀ ਮੇਰੇ ਨਾਲ ਸੀਗੇ, ਕਹਿੰਦੇ ਮੈਂ ਕਿਹਾ ਇਹ ਗੱਲ ਤਾਂ ਸੱਚੀ ਨਹੀਂ ਹੈ, ਝੂਠੀ ਹੈ ਕਿ ਮੈਂ ਕਿਹਾ ਮੈਂ ਉਹਨਾਂ ਦੇ ਕੋਈ ਫਿਲਮ ਨਹੀਂ ਕਰ ਰਿਹਾ ਮੈਂ, ਹੈ ਨਾ। ਕਹਿੰਦੇ ਭਾਜੀ ਸੱਚੀ ਗੱਲ ਹੈ, ਮੈਂ ਕਿਹਾ ਹਾਂਜੀ। ਮੈਂ ਕਿਹਾ ਤੁਸੀਂ ਕਨਫਰਮ ਕੀਤਾ? ਨਹੀਂ ਭਾਜੀ ਸੋਰਸਿਸ ਕਿਹੜੇ ਨੇ ਜੀ, ਜਾਂ ਤਾਂ ਸੋਰਸਿਸ ਰਿਵੀਲ ਕਰੋ ਤੁਸੀਂ, ਹੈ ਨਾ। ਇੱਕ ਬੰਦੇ ਨੇ ਲਿਖਤਾ ਜੀ ਫਲਾਣਾ ਜੀ, ਮੈਂ ਜਸਵਿੰਦਰ ਸਿੰਘ ਨੇ ਲਿਖਿਆ ਜੀ ਅਕੋਰਡਿੰਗ ਟੂ ਸੋਰਸਿਸ ਕਪਿਲ ਇਜ਼ ਮਿਸਬਿਹੇਵਿੰਗ ਵਿਦ ਸਮਬਡੀ। ਉਸ ਤੋਂ ਬਾਅਦ ਦੂਜੇ ਬੰਦੇ ਨੇ ਲਿਖਣਾ ਅਕੋਰਡਿੰਗ ਟੂ ਜਸਵਿੰਦਰ ਸਿੰਘ ਦੀ ਰਿਪੋਰਟ ਦਿਸ ਐਂਡ ਦਿਸ ਇਜ਼ ਹੈਪਨਿੰਗ। ਮਤਲਬ ਕਨਫਰਮ ਕਰਨ ਦਾ ਉਹ ਜ਼ਰੂਰਤ ਹੀ ਨਹੀਂ ਸਮਝਦੇ। ਪ੍ਰੋਬਬਲੀ ਬਿਕਾਜ਼ ਇਹ ਉਹਨਾਂ ਕੋਲ ਸੂਤਰ ਹੁੰਦੇ ਨੇ ਪੋਲੀਟੀਸ਼ੀਅਨਾਂ ਕੋਲ, ਜਿਹੜੇ ਫਿਰ ਧੂ ਕੇ ਫੜਦੇ ਨੇ ਉਹਨਾਂ ਨੂੰ ਵੀ ਨਹੀਂ ਜੀ ਆਹ ਖਬਰ ਕੱਟੋ। ਲੋਕਾਂ ਨੇ PR ਟੀਮ ਰੱਖੀ ਹੁੰਦੀ, ਮੈਂ ਨਹੀਂ ਰੱਖੀ ਵੀ। ਮੇਰੇ ਕੋਲ ਜੋ ਹੁੰਦਾ ਮੈਂ ਆਪਣੇ ਮੀਡੀਆ ਤੇ ਆਪਣਾ ਪਾ ਦਿੰਦਾ, ਕਿਉਂਕਿ ਮੈਨੂੰ ਹੈਗਾ ਕਿ ਦੇਖਿਆ ਤੁਸੀਂ ਕਾਫੀ ਫੋਨ ਤੇ ਐਕਟਿਵ ਰਹਿੰਦੇ ਹੋ। ਉਹ ਅੱਜ ਕੱਲ੍ਹ ਹੋਇਆ ਮੈਂ ਕਿ ਆਪਣੀ ਚਲੋ ਫਿਲਮ ਪ੍ਰਮੋਸ਼ਨ ਕਰਨੀ, ਮੈਂ ਕਹਿੰਦਾ ਚੀਜ਼ ਬਣਾਈ ਤੇ ਉਹਦਾ ਢੰਡੋਰਾ ਪਿੱਟਣਾ ਜ਼ਰੂਰੀ, ਲੋਕਾਂ ਨੂੰ ਪਤਾ ਸਹੀ ਆ ਰਹੀ ਹੈ। ਐਬਸੋਲੂਟਲੀ ਤੇ ਉਦਾਂ ਹੋਇਆ ਮੈਂ ਤਾਂ ਮੈਨੂੰ ਲੱਗਦਾ ਥੋੜਾ ਜ਼ਿਆਦਾ ਪ੍ਰਮੋਸ਼ਨ ਦੀ ਲੋੜ ਪੈਂਦੀ ਹੈ। ਬਿਲਕੁਲ ਪੰਜਾਬੀ ਸਿਰਫ ਕਾਮੇਡੀ ਮੂਵੀਜ਼ ਲਈ ਜਾਣਿਆ ਜਾਂਦਾ। ਤੇ ਤੁਸੀਂ ਕਿਹੜੀ ਫਿਲਮ ਲੇਟੈਸਟ ਦੇਖੀ ਸੀ ਪੰਜਾਬੀ ਦੇ ਵਿੱਚ? ਮੈਂ ਪੰਜਾਬੀ ਫਿਲਮਾਂ ਬਹੁਤ ਦੇਖੀਆਂ ਨੇ ਜੀ। ਹੁਣ ਮੈਂ ਹੁਣ ਤੇ ਖੈਰ ਮੈਂ ਕਾਫੀ ਦੇਰ ਤੋਂ ਨਾ ਮੈਂ ਨੈਟਫਲਿਕਸ ਬੜਾ ਦੇਖਦਾ। ਮੈਂ ਉਸੇ ਗੱਲ ਤੇ ਆਉਣ ਲੱਗੀ ਸੀ ਕਿ ਨੈਟਫਲਿਕਸ ਇਜ਼ ਵਨ ਨਿਊ ਥਿੰਗ ਫॉर द ਪੰਜਾਬੀ ਇੰਡਸਟਰੀ। ਐਜ਼ ਅ ਪ੍ਰੋਡਿਊਸਰ ਸ਼ਾਇਦ ਇਹ ਸਹੀ ਸਮੇਂ ਸੀ ਇਨਵੈਸਟ ਕਰਨ ਦਾ। ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹਦੇ ਤੋਂ ਰਿਟਰਨਸ ਆਣਗੇ, ਸੋ ਇਟਸ ਅ ਬੈਨੀਫੀਸ਼ੀਅਲ ਥਿੰਗ? ਮੈਂ ਐਕਚੁਅਲੀ ਇਨਵੈਸਟਮੈਂਟ ਦੇ ਤੌਰ ਤੇ ਸੋਚਿਆ ਨਹੀਂ, ਹਾਲਾਂਕਿ ਮੇਰੀ ਬੇਵਕੂਫੀ ਹੈਗੀ ਹੈ। ਮੈਂ ਨਹੀਂ ਸੋਚਿਆ, ਮੈਂ ਐਦਾਂ ਨਹੀਂ ਹੁੰਦਾ। ਨਹੀਂ ਮੈਂ ਸੱਚ ਕਰਨਾ ਪਿਆ, ਮੈਂ ਇਹਨੂੰ ਸੱਚ ਕਰਨਾ। ਮੇਰਾ ਫਿਰੰਗੀ ਕਿੱਡਾ ਵੱਡਾ ਪ੍ਰੋਜੈਕਟ ਸੀਗਾ 36 ਕਰੋੜ ਦਾ। ਮੈਂ ਇਨਵੈਸਟ ਮਗਰ ਮੈਂ ਚਾਹੁੰਦਾ ਕਿ ਮੈਂ ਸੋਚਦਾ ਹੀ ਨਹੀਂ ਯਾਰ ਡਿਸਟ੍ਰੀਬਿਊਸ਼ਨ ਮੇਰਾ ਜੌਬ ਨਹੀਂ ਹੈ, ਮੈਨੂੰ ਕੁਛ ਨਹੀਂ ਪਤਾ ਵੀ ਮੈਂ ਵੀ ਵੱਡੇ ਪ੍ਰੋਡਕਸ਼ਨ ਹਾਊਸ ਨੂੰ ਜੋੜਾਂ, ਮੈਂ ਵੀ ਟੇਬਲ ਤੇ ਸੇਫ ਹੋ ਕੇ ਚੱਲਣਾ ਨਾ। ਤੁਹਾਨੂੰ ਗਰੀਬ ਨੇ ਇੰਨੇ ਕਦੀ ਪੈਸੇ ਵੇਖੇ ਨਹੀਂ ਸੀਗੇ, ਉਹ ਆਏ ਤੇ ਖਰਚ ਕਰਤਾ। ਤੇ ਇਹ ਫਿਰੰਗੀ ਤੋਂ ਪਹਿਲਾਂ ਸ਼ੁਰੂ ਹੋਈ ਫਿਲਮ ਐਕਚੁਅਲੀ, ਮੈਂ ਤੁਹਾਨੂੰ ਦੱਸਾਂ ਤੇ ਉਦੋਂ ਮੈਨੂੰ ਸੀਗਾ ਕਿ ਹੁਣ ਮੈਂ ਹਰ ਸਾਲ ਫਿਲਮਾਂ ਬਣਾਵਾਂਗਾ, ਪਰ ਇਹ ਹੈ ਕਿ ਲਰਨਿੰਗ ਬੜੀ ਹੋਈ। ਸੂ ਨਹੀਂ ਲੱਗਣ ਦਿੱਤੀ ਕਿਸੇ ਨੇ ਕਿਸੇ ਨੂੰ। ਇਹਦੀ ਇਸ ਫਿਲਮ ਦੀ ਨੋ ਲੀਕ ਸਨਮ ਮਨਜੀਤ ਸਿੰਘ ਦੀ ਕਿ ਮੈਨੂੰ ਲੱਗਦਾ ਪੰਜਾਬੀ ਇੰਡਸਟਰੀ ਅਜਿਹੀ ਇੰਡਸਟਰੀ ਹੈ ਜਿੱਥੇ ਨਾ ਜਿੱਦਾਂ ਹੁੰਦਾ ਨਾ ਤੁਹਾਡਾ ਕੌਨਫੀਡੈਂਸ਼ੀਅਲਿਟੀ ਕਲੌਜ਼, ਉਹ ਇੱਥੇ ਤੇ ਜਮਾ ਹੀ ਨਹੀਂ ਹੈਗਾ। ਇਹਦੇ ਤਾਂ ਮਿੰਟੋ ਮਿੰਟੀ ਖਬਰ ਫੈਲਦੀ ਹੈ, ਬਟ ਇਹਦੀ ਜਮਾ ਹੀ ਨਹੀਂ ਸੂ ਲੱਗਣ ਦਿੱਤੀ ਕਿਸੇ ਨੂੰ। ਸੋ ਆਈ ਸ਼ੁਡ ਗਿਵ ਯੂ ਕੰਪਲੀਮੈਂਟ ਫॉर दैट ਕਿ ਯੋਰ ਟੀਮ ਵਾਸ ਵੈਰੀ ਪ੍ਰੋਫੈਸ਼ਨਲ। ਨਹੀਂ ਮੈਮ, ਮੈਂ ਐਕਚੁਅਲੀ ਸੱਚੀ ਪੁੱਛੋ ਤੇ ਮੈਂ ਤਾਂ ਕਦੀ ਸੈੱਟ ਤੇ ਵੀ ਨਹੀਂ ਆਇਆ। ਅਜੇ ਤੁਹਾਨੂੰ ਉਹਨਾਂ ਦੀ ਉਹ ਕਰ ਰਹੇ ਹੈਗੇ ਨੇ, ਮਤਲਬ ਵਡਿਆਈ ਹੈਗੀ ਆ ਉਹਨਾਂ ਦੀ ਕਿ ਉਹਨਾਂ ਨੇ ਫਿਲਮ ਦੀ ਸੂ ਨਹੀਂ ਲੱਗਣ ਦਿੱਤੀ। ਬਿਲਕੁਲ, ਮੈਂ ਤੁਹਾਨੂੰ ਦੱਸਿਆ ਨਾ ਕਿ ਤੁਸੀਂ ਕਿਹਾ ਕਿ ਇਨਵੈਸਟਮੈਂਟ ਕੋਈ ਨਹੀਂ ਸੋਚਦਾ ਵੀ। ਮੈਂ ਵਾਕਈ ਜਦੋਂ ਮੈਂ ਫਿਲਮ ਸ਼ੁਰੂ ਕੀਤੀ ਨਾ, ਮੈਂ ਗਰੋਵਰ ਨੂੰ ਕਿਹਾ ਗਰੋਵਰ ਕੋਈ ਨਹੀਂ, ਆਪਾਂ ਸੱਚੀ ਨੀਤ ਤੋਂ ਫਿਲਮ ਬਣਾਉਣੇ ਆ, ਜੇ ਫਿਲਮ ਚੱਲ ਗਈ ਨਾ ਇਹਦੇ ਮੈਂ ਪੈਸੇ ਨਹੀਂ ਲੈਣੇ ਤੇਰੇ ਕੋਲੋਂ, ਉਹ ਮੈਂ ਤੈਨੂੰ ਬਜਟ ਤੇਰੇ ਅਕਾਊਂਟ 'ਚ ਪਾ ਦੇਣਾ। ਹੋਰ ਅੱਛੇ ਸਬਜੈਕਟ ਲੱਭੋ। ਅੱਜ ਤੁਸੀਂ ਅੱਜ 100 ਰੁਪਇਆ ਲਾਇਆ, ਇਹ ਤੋਂ ਤੁਸੀਂ 150 ਕਮਾਇਆ, ਫਿਰ 100 ਦੀ ਇੱਕ ਨਵੀਂ ਫਿਲਮ ਬਣਾਓ। ਇਦਾਂ ਕਰਾਂਗੇ ਆਪਾਂ, ਕਿ ਮੈਨੂੰ ਵੀ ਸ਼ੌਂਕ ਹੈ ਯਾਰ। ਚਲੋ ਵਧੀਆ ਕਰਨਾ ਚਾਹੁੰਦੇ ਹੋ ਅੱਗੇ? ਮੈਂ ਬਿਲਕੁਲ ਕਰਨਾ ਚਾਹੁੰਦਾ ਮੈਂ। ਸੋ ਦੈਟ ਮੀਨਸ ਯੂ ਆਰ ਵਾਂਟਿੰਗ ਚੰਗੇ ਸਬਜੈਕਟ, ਲੇਕਿਨ ਉਹਨਾਂ ਲੋਕਾਂ ਨਾਲ ਚੋਰੀ ਬਹੁਤ ਹੁੰਦੀ। ਮੈਮ ਸਭ ਤੋਂ ਪਹਿਲਾਂ ਮੈਂ ਇਹ ਗੱਲ ਦੱਸਾਂ ਇਸ ਲਾਈਨ ਦੇ ਵਿੱਚ ਨਾ, ਔਰ ਖੈਰ ਮੇਰੀ ਲਰਨਿੰਗ ਹੈ, ਪਰ ਇਹ ਕਿ ਥੋੜੀ ਮਹਿੰਗੀ ਪਈ ਲਰਨਿੰਗ, ਪਰ ਠੀਕ ਹੈ। ਕਿੰਨੀ ਕੀ 36 ਕਰੋੜ ਦੀ? ਨਹੀਂ ਕਿਸੇ ਮੈਂ ਵੈਸੇ ਹੀ ਕਹਿ ਰਿਹਾ ਹਾਂ, ਕਿਉਂਕਿ ਹੁਣ ਰਜੀਵ ਮੇਰਾ ਦੋਸਤ ਆ, ਗਰੋਵਰ ਮੇਰਾ ਦੋਸਤ ਆ, ਪਰ ਅੱਗੋਂ ਜਿਹੜੇ ਗਾਂ ਬੰਦੇ ਜੁੜਦੇ ਜਾਣੇ ਤੁਹਾਡੇ ਨਾਲ, ਅਲੱਗ-ਅਲੱਗ ਡਿਪਾਰਟਮੈਂਟ ਕੀ ਪਤਾ ਕਿੰਨੇ ਕੀ ਕਰ ਲੈਣਾ। ਸੋ ਉਹ ਮੈਨੂੰ ਹੱਥ ਨਹੀਂ ਪਾਣਾ ਚਾਹੀਦਾ ਇਹਨਾਂ ਚੀਜ਼ਾਂ। ਪਰ ਇਹ ਫਿਲਮ ਦੇ ਵਿੱਚ ਥੋੜਾ ਡਿਫਰੈਂਟ ਕੇਸ ਸੀਗਾ, ਕਿਉਂਕਿ ਗਰੋਵਰ ਨੇ ਡਾਇਰੈਕਟਰ ਤੇ ਸੀਗਾ ਇਹ ਫਿਲਮ ਦਾ, ਉਹ ਵਿਚਾਰਾ ਇੱਕ ਚੀਜ਼ ਦਾ ਹਿਸਾਬ ਰੱਖਦਾ ਹੈ ਵੀ ਕਿੰਨੀ ਵੈਰੰਟੀ ਵੈਨ ਆਈ ਹੈ, ਕਿੰਨਾ ਕੀ ਹੈ। ਡੈਬਿਊ ਡਾਇਰੈਕਟਰ, ਯੂ نو no A-lister singer in the movie, and I mean no the A-lister actress. ਜੀ very risky project. Kapil Sharma, what were you thinking? ਮੈਨੂੰ ਮੈਮ ਐਕਚੁਅਲੀ ਇਦਾਂ ਨਹੀਂ ਲੱਗਦਾ ਵੀ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਸੱਚ ਕਾਮੇਡੀ ਫਿਲਮ ਸਲੈਪਸਟਿਕ ਠਾ ਪੰਚ ਆਈ ਜਾਣ ਜੀ, and that would have been easier for you as a person. ਲੋਕੀ ਹੱਸਣਾ ਚਾਹੁੰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਲੋਕੀ ਚੰਗੇ ਸਬਜੈਕਟਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ। ਅਰਦਾਸ ਫਿਲਮ ਦੇਖ ਲਓ ਮੈਮ ਤੁਸੀਂ, ਕਿੰਨੀ ਵਧੀਆ ਸੀਗੀ। ਅਗਰ ਮੈਂ ਗੱਲ ਕਰਾਂ ਕਿ ਤੁਸੀਂ A-ਲਿਸਟਰ ਜਾਂ B-ਲਿਸਟਰ ਲੋਕਾਂ ਨੇ ਬਣਾ ਲੈਂਦੇ ਨੇ। ਅੱਜ ਦੀ ਡੇਟ ਦੇ ਵਿੱਚ ਕੋਈ ਵੀ ਪੰਜਾਬੀ ਫਿਲਮ ਹੈ
ਘੁੱਗੀ ਭਾਜੀ ਤੋਂ ਬਿਨਾਂ ਬਣਦੀ ਨਹੀਂ ਹੈ ਐਬਸੋਲੂਟਲੀ ਹੈ ਨਾ ਔਰ ਇੰਨੇ ਪੁਰਾਣੇ ਇੰਡਸਟਰੀ 'ਚ ਕੰਮ ਕਰ ਰਹੇ ਨੇ ਜੀ ਔਰ ਬੜੇ ਕਮਾਲ ਦੇ ਐਕਟਰ ਨੇ ਸੋ ਮੈਨੂੰ ਲੱਗਦਾ ਕਿ ਉਹ ਵੀ ਤੁਹਾਡੀ ਗੱਲ ਠੀਕ ਹੈ ਪੈਕੇਜਿੰਗ ਵੀ ਹੁੰਦੀ ਹੈ ਜੀ ਕਿ ਇੱਕ ਆਈਟਮ Song ਪਾ ਦਿਓ ਜੀ ਇੱਕ ਥੋੜਾ ਜਿਹਾ ਗਲੈਮਰ ਪਾ ਲਓ ਇੱਕ ਵਧੀਆ ਸਿੰਗਰ ਲੈ ਲਓ ਰਾਈਟ ਕੋਈ ਗਿਮਿਕ ਪਾ ਲਓ ਪਰ ਇਹ ਫਿਲਮ ਜਿਹੜੀ ਹੈ ਬੜੀ ਵਧੀਆ ਜੀ ਹੈ ਔਰ ਮੇਰੇ ਦੋਸਤ ਨੇ ਇੱਕ ਬਾਹਰ ਕੈਨੇਡਾ ਦੇ ਵਿੱਚ ਉਹ ਮੈਨੂੰ ਫੋਨ ਕਰਕੇ ਦੱਸ ਰਹੇ ਸੀਗੇ ਕਹਿੰਦੇ ਯਾਰ ਸਾਡੇ ਰੇਡੀਓ ਦੇ ਵਿੱਚ ਨਾ ਉਹ ਆਂਦਾ ਸਾਨੂੰ ਫੀਡਬੈਕ ਆਂਦੀ ਹੈ ਕਿ ਅੱਛਾ ਇਹ ਫਿਲਮ ਦੀ ਟੀਮ ਇੱਥੇ ਆ ਰਹੀ ਹੈ ਪ੍ਰਮੋਟ ਕਰਨਾ ਰਾਈਟ ਤੇ ਅਸੀਂ ਕਿਹਾ ਕਿ ਤੁਸੀਂ ਨੂੰ ਮਿਲਣਾ ਚਾਹੁੰਦੇ ਕਹਿੰਦੇ ਨਹੀਂ ਯਾਰ ਬੜਾ ਵਧੀਆ ਜੀ ਹੈ ਸਾਡੀ ਜੀ ਬਾਹਰ ਵਾਲਿਆਂ ਨੂੰ ਨਾ ਥੋੜਾ ਜ਼ਿਆਦਾ ਕਰੇਜ਼ ਹੈ ਉਹਨਾਂ ਐਕਚੁਅਲੀ ਨੂੰ ਕੰਟੈਂਟ ਦਾ ਜ਼ਿਆਦਾ ਜੀ 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 ਤੁਸੀਂ ਦੇਖ ਲਓ ਜਦੋਂ ਦੀਵਾਲੀ ਵਿਸਾਖੀ ਹੁੰਦੀ ਨਾ ਉਹ ਬੜੇ ਤਰੀਕੇ ਨਾਲ ਮਨਾਉਂਦੇ ਨੇ ਪੂਰੇ ਇੰਡੀਅਨ ਕੱਪੜੇ ਪਾ ਕੇ ਜਾ ਕੇ ਅੰਗਰੇਜ਼ਾਂ ਨੂੰ ਇਨਵਾਈਟ ਕਰਦੇ ਉੱਤੇ ਪੋਜ਼ਿਟਿਵ ਬੜਾ ਰਿਸਪੌਂਸ ਹੈ ਜੀ ਰਾਈਟ ਮੈਂ ਤਾਂ ਕਦੀ ਸੋਚਿਆ ਨਹੀਂ ਸੀਗਾ ਮੈਨੂੰ ਸੀਗਾ ਕਿ ਮੈਂ ਉਦੋਂ ਫਿਰੰਗੀ ਵੱਲ ਧਿਆਨ ਸੀਗਾ ਰਾਈਟ ਤੇ ਮੈਨੂੰ ਸੀਗਾ ਚਲੋ ਗਰੋਵਰ ਹੈਗਾ ਘੁੱਗੀ ਭਾਜੀ ਹੈਗੇ ਆ ਸਾਰਾ ਆਪੇ ਜ਼ਿੰਮੇਦਾਰ ਲੋਕ ਨੇ ਆਪੇ ਵਧੀਆ ਸੰਭਾਲਣਗੇ ਔਰ ਆਪਣਾ ਬਟੂਆ ਵੇਖ ਕੇ ਉਹਨਾਂ ਨੇ ਫਿਲਮ ਬਣਾਈ ਕਿ ਯਾਰ ਸਾਡੇ ਪੈਸੇ ਆ ਸਾਡੇ ਭਰਾ ਦੇ ਆ ਤੇ ਬਹੁਤ ਰੇਅਰ ਹੁੰਦਾ ਇਹ ਜੀ ਜੀ ਬਿਲਕੁਲ ਜੀ ਕਿਉਂਕਿ ਇਹ ਰਿਸ਼ਤੇ ਉਹ ਨਾ ਜਿਹੜੇ ਅਸੀਂ ਆਪ ਬਣਾਏ ਨੇ ਐਬਸੋਲੂਟਲੀ ਹੈ ਨਾ ਸੋ ਦਿਸ ਇਜ਼ ਨਾਟ ਆਪਾਂ ਆਪ ਸਮਥਿੰਗ ਚੁਣੇ ਨੇ ਜੀ 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 ਰਾਈਟ ਕਰੈਕਟ ਇਹ ਦੋਸਤ ਅਸੀਂ ਆਪ ਚੁਣੇ ਨੇ ਜੀ ਸੋ ਪਰ ਉਹੀ ਗੱਲ ਨੀਤ ਚੰਗੀ ਹੈ ਤੇ ਰੱਬ ਨੇ ਸਭ ਵਧੀਆ ਕੀਤਾ ਮੈਨੂੰ ਯਾਦ ਹੈ ਮੈਮ ਜੂਨ ਜੁਲਾਈ 'ਚ ਸ਼ੂਟ ਹੋ ਰਿਹਾ ਸੀਗਾ ਕੁਝ ਪਾਰਟ ਦਾ ਸਰਦੀਆਂ 'ਚ ਵੀ ਸ਼ੂਟ ਹੋਇਆ ਤੇ ਘੁੱਗੀ ਭਾਜੀ ਵਿਚਾਰੇ ਇੰਨੀ ਗਰਮੀ 'ਚ ਘਰੋਂ ਜਾਣਾ ਔਰ ਜਦੋਂ ਤੁਹਾਨੂੰ ਕੋਈ ਮੋਟੀਵੇਸ਼ਨ ਨਾ ਹੋਣਾ ਕਿ ਮੈਂ ਕੰਮ ਤੇ ਕਰਨ ਚੱਲਣਾ ਇਹਦਾ ਪੈਸਾ ਤਾਂ ਕੋਈ ਮਿਲਣਾ ਨਹੀਂ ਹੈ ਨਾ ਤੇ ਫਿਰ ਉਹ ਜਿਹੜੇ ਦਿਲੋਂ ਉਹਨਾਂ ਨੇ ਕੰਮ ਕੀਤਾ ਮੈਂ ਬਹੁਤ ਐਪਰੀਸ਼ੀਏਟ ਮੈਂ ਭਾਜੀ ਨੂੰ ਸਲੂਟ ਕਰਦਾ ਹਾਂ ਜੀ ਕਿਉਂਕਿ ਸਾਡਾ ਰੋਜ਼ੀ ਰੋਟੀ ਇਹੀ ਇਹ 'ਚ ਵੀ ਨਾ ਪੈਸੇ ਲਵਾਂਗੇ ਤੇ ਕੀ ਪਰ ਭਾਜੀ ਨੇ ਬੜਾ ਦਿਲੋਂ ਕੰਮ ਕੀਤਾ ਔਰ ਤੁਸੀਂ ਇੰਨਾ ਪ੍ਰਮੋਸ਼ਨ ਵੇਲੇ ਵੀ ਕਦੀ ਭਾਜੀ ਨੂੰ ਇਨਐਕਟਿਵ ਨਹੀਂ ਦੇਖਿਆ ਹੋਊਗਾ ਕੱਲ ਅਸੀਂ 9 ਵਜੇ ਤੇ ਲੱਗੇ ਹੋਏ ਸੀ ਰਾਤ 11 ਵਜੇ ਤੱਕ ਲੱਗੇ ਰਹੇ ਔਰ ਮੈਂ ਸਡਨਲੀ ਰਾਤ ਸੋਚਿਆ ਮੈਂ ਰੋਟੀ ਤੇ ਖਾਧੀ ਨਹੀਂ ਸਵੇਰੇ ਚਾਹ ਨਾਲ 2 ਬਿਸਕੁਟ ਖਾਦੇ ਅੱਜ ਮੈਂ ਖਾਦਾ ਮੈਮ ਹਾਂ ਅੱਜ ਅਸੀਂ 3:30 ਵਜੇ ਬ੍ਰੇਕਫਾਸਟ ਅੱਜ ਵੀ ਸਕਿਪ ਹੋ ਗਿਆ ਬਟ ਚੰਗਾ ਜਿਹਾ ਕੁਝ ਹੁੰਦਾ ਹੋਵੇ ਤੇ ਫਿਰ ਵਾਕਈ ਭੁੱਖ ਮਰ ਜਾਂਦੀ ਹਾਂ ਰਾਈਟ ਸੋ ਅਸੀਂ ਇਹ ਵੀ ਦੇਖਿਆ ਕਿ ਬਾਲੀਵੁੱਡ ਵੱਲੋਂ ਵੀ ਤੁਹਾਨੂੰ ਕਾਫੀ ਸਪੋਰਟ ਮਿਲ ਰਿਹਾ ਹੈ ਇਜ਼ ਇਟ ਬਿਕਾਜ਼ ਯੂ ਆਰ ਦ ਕਪਿਲ ਸ਼ਰਮਾ ਔਰ ਇਜ਼ ਇਟ ਬਿਕਾਜ਼ ਦੇ ਰੀਲੀ ਲਾਈਕ ਦ ਟ੍ਰੇਲਰ ਜਦੋਂ ਫਿਰੰਗੀ ਆਈ ਸੀ ਕਿਸੇ ਨੇ ਨਹੀਂ ਕੀਤਾ ਟਵੀਟ ਫਰਾਹ ਖਾਨ ਨੇ ਕੀਤਾ ਸੀ ਵਰਨ ਧਵਨ ਨੇ ਕੀਤਾ ਸੀ ਅੱਛਾ ਅਬਾਸ ਮਸਤਾਨ ਨੇ ਕੀਤਾ ਸੀ ਓਕੇ ਹੋਰ ਨਹੀਂ ਮੈਨੂੰ ਲੱਗਦਾ ਕਿ ਯਾਦ ਕਿਹਨੇ ਕੀਤਾ ਹੋਵੇ ਪਰ ਇਹ ਫਿਲਮ ਵਾਕਈ ਪਸੰਦ ਕੀਤੀ ਲੋਕਾਂ ਇਹ ਨੇ ਕਾਫੀ A list I mean A list again A list actors ਨੇ ਜਿਵੇਂ ਅਕਸ਼ੇ ਅਨਿਲ there's a lot of people added to the list so ਅੱਛਾ ਅਕਸ਼ੇ ਭਾਜੀ ਨੇ ਤੇ ਇਹ ਕਿਹਾ ਯਾਰ ਮੈਨੂੰ ਹਿੰਦੀ ਬਣਾਉਣਾ ਚਾਹੁੰਦਾ ਅਨਿਲ ਕਪੂਰ ਸਾਹਿਬ ਨੇ ਦੇਖਿਆ ਮੇਰੇ ਫੋਨ ਤੇ ਗੱਲ ਹੋਈ ਜੀ ਜੀ ਉਹੀ ਗੱਲ ਚੰਗੀ ਚੀਜ਼ ਜਿਹੜੀ ਨਾ ਉਹ ਕਿਤੇ ਨਾ ਕਿਤੇ ਤੁਹਾਨੂੰ ਖਿੱਚ ਲੈਂਦੀ ਤੁਹਾਡਾ ਧਿਆਨ ਬਾਲੀਵੁੱਡ ਦੀ ਕਾਮੇਡੀ ਸ਼ੋਅ ਦੀ ਗੱਲ ਕਰੀਏ ਕਪਿਲ ਜੀ ਤੁਸੀਂ ਸਾਰਿਆਂ ਨੂੰ ਮਿਲ ਚੁੱਕੇ ਹੋ ਰਾਈਟ ਸਭ ਤੋਂ ਬੇਕਾਰ ਐਕਟਰ ਕਿਹੜਾ ਲੱਗਿਆ ਤੁਹਾਨੂੰ ਬਾਲੀਵੁੱਡ ਦਾ ਤੁਹਾਨੂੰ ਲੱਗਿਆ ਇਹ ਬੇਕਾਰ ਐਕਟਰ ਮਤਲਬ ਸ਼ੋਅ ਦੇ ਲਈ ਬੁਲਾਣਾ ਇਨ ਟਰਮਸ ਆਫ ਕਿਉਂਕਿ ਅਸੀਂ ਵੀ ਤੁਹਾਡੇ ਐਪੀਸੋਡਸ ਦੇਖਦੇ ਹਾਂ ਆਈ ਮੀਨ ਮੈਨੂੰ ਤਾਂ ਇਹ ਲੱਗਦਾ ਸੀ ਕਿ ਰਿਪੀਟ ਤੇ ਵੀ ਦੇਖ ਕੇ ਉਹਨਾਂ ਜੋਕਸ ਤੇ ਵੀ ਦੁਬਾਰਾ ਹੱਸਦੇ ਹਾਂ ਐਦਾਂ ਦੇ ਹੁੰਦੇ ਆ ਤੁਹਾਡੇ ਐਪੀਸੋਡਸ ਸੋ ਐਟ ਦੀ ਐਂਡ ਆਫ ਦ ਡੇ ਜਿਹੜੇ ਹੁੰਦੇ ਨਾ ਅਸੀਂ ਦੇਖਦੇ ਹਾਂ ਯਾਰ ਤੁਸੀਂ ਬਹੁਤ ਕੋਸ਼ਿਸ਼ ਕਰ ਰਹੇ ਹੋ ਬਟ ਐਕਟਰ ਜਾਂ ਜਿਹੜਾ ਵੀ ਅੱਗੇ ਤੁਹਾਡਾ ਗੈਸਟ ਆਇਆ ਨਾ ਉਹ ਤੁਹਾਨੂੰ ਓਨੀ ਕਿ ਉਹ ਨਹੀਂ ਦੇ ਰਿਹਾ ਜੀ ਜੀ ਯੂ ਅੰਡਰਸਟੈਂਡ ਅ ਲੋਟ ਆਫ engagement ਓਨੀ ਉਹ ਦ ਪ੍ਰੋਪਰ ਐਦਾਂ ਦੇ ਬੋਰਿੰਗ ਗੈਸਟ ਕਿਹੜੇ ਸੀ ਮੈਮ ਬੋਰਿੰਗ ਨਾ 5-6 ਨੇ ਪਰ ਪਤਾ ਕੀ ਹੈ ਮੈਂ ਇਸ ਕਰਕੇ ਨਾਮ ਨਹੀਂ ਲੈਣਾ ਚਾਹੁੰਦਾ ਇੱਕ ਤੇ ਸਿੱਧੀ ਗੱਲ ਉਹ ਹਰਟ ਹੋਣਗੇ ਦੂਜੀ ਗੱਲ ਇਹ ਹੈ ਕਿ ਉਹਨਾਂ ਦਾ ਵੀ ਕਸੂਰ ਨਹੀਂ ਹੈ ਰੱਬ ਨੇ ਜੇ ਸਾਰੇ ਹੀ ਬੜੇ ਵਿੱਟੀ ਹੋਣਗੇ ਤਾਂ ਫਿਰ ਸਾਨੂੰ ਕੌਣ ਪੁੱਛੂਗਾ ਐਬਸੋਲੂਟਲੀ ਟਰੂ ਤੇ ਹੁੰਦੇ ਨੇ ਕਈ ਦੇਖਿਆ ਇਹਨੂੰ ਬੋਲਿੰਗ ਜੀ ਹਾਂ ਹਾਂ ਹੀ ਅੱਛਾ ਇਹ ਕੀ ਹੋ ਰਿਹਾ ਹੈ ਕਈ ਵਾਰੀ ਹੋ ਜਾਂਦੇ ਨੇ ਇਦਾਂ ਪਰ ਠੀਕ ਹੈ ਹਾਊ ਡਿਫਿਕਲਟ ਇਜ਼ ਇਟ ਟੂ ਡੀਲ ਵਿਦ ਦੈਟ ਠੀਕ ਹੈ ਫਿਰ ਉਹ ਕਰਨਾ ਪੈਂਦਾ ਸਾਡੀ ਜੌਬ ਹੈ ਪਰ ਇਹ ਹੈ ਕਿ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੈ ਜੇ ਮੈਂ ਡਰਿਆ ਸੀਗਾ ਬੱਚਨ ਸਾਹਿਬ ਜਦੋਂ ਮੇਰੇ ਬਰਥਡੇ ਤੇ ਆਣਾ ਸੀ ਨਾ ਅੱਛਾ ਜੀ ਤੇ ਉਹਨਾਂ ਨੇ ਟਾਈਮ ਵੀ ਦਿੱਤਾ ਕਿ ਸਵੇਰੇ 9 ਵਜੇ ਸ਼ੂਟ ਕਰਾਂਗੇ ਮੈਂ ਕਿਹਾ ਠੀਕ ਹੈ ਜੀ ਅੱਛਾ ਮੇਰਾ ਬਰਥਡੇ ਸੀਗਾ ਅਗਲੇ ਦਿਨ ਜਦੋਂ ਸ਼ੂਟ ਸੀਗਾ ਤੇ ਰਾਤ 2 ਵਜੇ ਤੱਕ ਅਸੀਂ ਕੰਮ ਕਰ ਰਹੇ ਸੀਗੇ ਘਰ ਪਹੁੰਚਦੇ ਬੰਦੇ 5 ਵਜ ਗਏ ਸਾਨੂੰ ਸੌਣ ਲੱਗਿਆ ਔਰ ਜਿਹੜੇ 4 ਘੰਟੇ ਉਹ ਵੀ ਨਹੀਂ ਨੀਂਦ ਆਈ ਅੱਛਾ ਜੀ ਸਾਰੀ ਰਾਤ ਹਾਂ ਐਕਸਾਈਟਮੈਂਟ ਵੀ ਡਰ ਵੀ ਮੈਨੂੰ ਲੱਗਾ ਅਮਿਤਾਭ ਬੱਚਨ ਸਾਹਿਬ ਆ ਰਹੇ ਨੇ ਸਾਡੇ ਲੈਜੈਂਡ ਨੇ ਇੰਡਸਟਰੀ ਦੇ ਲਿਵਿੰਗ ਲੈਜੈਂਡ ਜੀ ਪਰ ਇੱਕ ਵੱਡਾ ਬੰਦਾ ਵੀ ਨਹੀਂ ਵੱਡਾ ਬੰਦਾ ਉਹਨਾਂ ਨੇ ਮੈਨੂੰ ਇੰਨਾ ਕੰਫਰਟ ਕਰਤਾ ਆ ਕੇ उन्होंने दी टीम कहे आपने ये आपकी दादी वो आके किस नहीं करेगी बच्चन साहब को आप बच्चन साहब को गाना बोलने के लिए नहीं कहेंगे आप ये नहीं करेंगे भी तो मैं कहा तुझी दस दो फिर मैं की पूछा है ना मैं ये तो पूछांगा नहीं सर आपकी पहली फिल्म कौन सी थी दुनिया ਨੂੰ ਕੀ ਪੁੱਛਾਂ ਮੈਂ ਪਰ ਜਦੋਂ ਬੱਚਨ ਸਾਹਿਬ ਆਏ ਉਹਨਾਂ ਨੇ ਇੰਨਾ ਕੰਫਰਟ ਫੀਲ ਕਰਾਇਆ ਮੈਨੂੰ ਜੀ ਉਸ ਤੋਂ ਬਾਅਦ ਆਪ ਸਗੋਂ ਪੱਪੀਆਂ ਕਰ ਰਹੇ ਸਾਡੀ ਦਾਦੀ ਜਿਹੜੇ ਬੰਦੇ ਐਲੀਜ਼ ਕਰਨ ਉਸ ਤੋਂ ਬਾਅਦ ਮੈਂ ਅੱਛਾ ਮੈਂ ਵੀ ਦੇਖਿਆ ਮੈਂ ਇੱਕ ਗੱਲ ਮੈਂ ਜੋ ਸੌਰੀ ਮੈਂ ਟੌਪਿਕ ਤੋਂ ਭਟਕ ਨਹੀਂ ਰਿਹਾ ਨਾ ਦੈਟਸ ਓਕੇ ਦੈਟਸ ਪਰਫੈਕਟਲੀ ਓਕੇ ਤੇ ਹੁਣ ਬੱਚਨ ਸਾਹਿਬ ਦਾ ਅਮਿਤਾਭ ਬੱਚਨ ਨੇ ਜੀ ਉਹਨਾਂ ਨੂੰ ਗਾਣਾ ਅੱਛਾ ਲੱਗਦਾ ਆਪਣੀਆਂ ਫਿਲਮਾਂ 'ਚ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਜਦੋਂ ਆਪਣੇ ਯੰਗ ਏਜ ਦੇ ਵਿੱਚ ਜਦੋਂ ਫਿਲਮਾਂ ਕਰਦੇ ਸੀਗੇ ਉਦੋਂ ਜਾਂਦੇ ਸੀ ਸਟੇਜ ਸ਼ੋਅ ਕਰਦੇ ਗਾਣੇ ਵੀ ਗਾਉਂਦੇ ਸੀਗੇ ਹੁਣ ਉਹਨਾਂ ਦਾ ਔਰਾ ਐਸਾ ਕਿ ਲੋਕੀ ਝਿਜਕਦੇ ਨੇ ਐਬਸੋਲੂਟਲੀ ਪਰ ਮੈਂ ਵੇਖਿਆ ਉਸ ਦਿਨ ਮੇਰਾ ਐਕਸਪੀਰੀਅੰਸ ਹੋਇਆ ਕਿ ਮੈਂ ਕਿਹਾ ਬੰਦਾ ਜਿਹੜਾ ਆਰਟਿਸਟ ਦੇ ਅੰਦਰ ਜਿਹੜਾ ਬੱਚਾ ਨਾ ਉਹ ਹਮੇਸ਼ਾ ਬੱਚਾ ਰਹਿੰਦਾ ਮੈਂ ਝੱਕਦੇ ਨੇ ਕਹਿ ਦਿੱਤਾ ਮੈਂ ਕਿਹਾ ਬੱਚਨ ਸਾਹਿਬ ਇੱਕ ਗਾਣਾ ਹੋ ਜਾਏ
ਮੈਮ ਤੁਸੀਂ ਬਿਲੀਵ ਨਹੀਂ ਕਰੋਗੇ, ਅੱਧਾ ਘੰਟਾ ਉਹਨਾਂ ਨੇ ਗਾਇਆ। ਹਾਂ, ਮੈਂ ਇੱਕ ਗਾਣੇ ਦੀ ਫਰਮਾਇਸ਼ ਕੀਤੀ, ਉਹਨੇ 5-6 ਗਾਣੇ ਜਨਾਨੀਆਂ ਨੱਚਣ ਲੱਗ ਪਈਆਂ ਆ ਕੇ। ਬਸ ਵੀ ਕਰ ਦੋ ਨਾ, ਮੈਨੂੰ ਮਜ਼ਾ ਆ ਰਿਹਾ ਸੀਗਾ। ਮੈਂ ਕਿਹਾ ਕੌਣ ਦੇਖੇਗਾ ਇਹ ਮੂਮੈਂਟ, ਕਿੱਥੇ ਦੁਬਾਰਾ ਆਏਗੀ। ਬੱਚਨ ਸਾਹਿਬ ਆਏ ਨੇ ਨਾ, ਤੇ ਕਹਿਣ ਦਾ ਮਤਲਬ ਕਿ ਦਿਲ ਉਹਨਾਂ ਦਾ ਵੀ ਕਰਦਾ, ਪਰ ਹੁਣ ਆਪ ਵੀ ਨਹੀਂ ਕਹਿ ਸਕਦੇ ਮੇਰਾ ਗਾਣਾ ਗਾਣੇ ਕੋ ਦਿਲ ਕਰ ਰਿਹਾ, ਕਿਆ ਗਾਣਾ ਗਾऊं, ਹੈ ਨਾ, ਉਹ ਵੀ ਨਹੀਂ ਗਾ ਸਕਦੇ, ਕਹਿ ਵੀ ਨਹੀਂ ਸਕਦੇ, ਪਰ ਇੱਕ ਮੌਕਾ ਚਾਹੀਦਾ ਸੀ ਉਹਨਾਂ ਨੂੰ। ਤੇ ਮੈਂ ਤਾਂ ਰਿਅਲਾਈਜ਼ ਕੀਤਾ, ਮੈਂ ਕਿਹਾ ਨਹੀਂ ਯਾਰ, ਇੱਕ ਵਾਰੀ ਪੁੱਛ ਜ਼ਰੂਰ ਲੈਣਾ ਚਾਹੀਦਾ ਵਾ। ਜੀ ਐਬਸੋਲੂਟਲੀ। ਸੋ ਕਪਲ ਜੀ, ਤੁਹਾਡੀ ਟੀਮ ਦੇ ਵਿੱਚੋਂ ਹੀ ਜਿਹੜੇ ਤੁਹਾਡੇ ਕਾਮੇਡੀ ਸ਼ੋਅ ਵਾਲੇ ਲੋਕ ਸੀਗੇ, ਉਹਨਾਂ ਦੇ ਵਿੱਚੋਂ ਹੀ ਕਾਫੀਆਂ ਨੇ ਆਪਣਾ ਵੀ ਸ਼ੋਅ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਰੀਜਨਲ ਲੈਵਲ ਤੇ ਵੀ ਇੱਕ ਸ਼ਖਸ ਨੇ ਸੇਮ ਕਨਸੈਪਟ ਤੇ ਸ਼ੋਅ ਸ਼ੁਰੂ ਕੀਤਾ, ਬਟ ਨਨ ਆਫ ਦ ਸ਼ੋਜ਼ ਹੈਵ ਰੀਲੀ ਵਰਕਡ ਵੰਡਰਸ। ਅੱਛਾ ਜੀ। ਸੋ ਇਜ਼ ਇਟ ਬਿਕਾਜ਼ ਦੇयर इज ਅ ਮੈਜਿਕ ਫੈਕਟਰ ਇਨ ਯੋਰ ਜੋਕਸ? ਬਿਕਾਜ਼ ਮੈਂ ਦੇਖਿਆ ਤੁਹਾਨੂੰ ਪਰਸਨਲੀ ਨੋਟਿਸ ਕੀਤਾ ਕਿ ਤੁਸੀਂ ਜਨਰਲੀ ਵੀ ਨਾ ਇੱਕ ਤੁਣਕਾ ਜਿਹਾ ਮਾਰਦੇ ਹੋ, ਵਿਚ ਇਜ਼ ਵੈਰੀ ਫਨੀ। ਸੋ ਇਜ਼ ਇਟ, have you always been like that, or you rehearse your jokes before going on the stage? ਮੈਮ ਦੋ ਚੀਜ਼ਾਂ ਨੇ। ਇੱਕ ਤੇ ਹੁੰਦਾ ਸਾਡਾ ਨਾ ਸ਼ੋਅ ਜਦੋਂ ਕਾਮੇਡੀ ਨਾਈਟਸ ਬਣਿਆ, ਇੱਕ ਤਮਿਲ ਕੇ ਮਲਿਆਲਮ ਫਿਲਮ, ਮਲਿਆਲਮ ਟੀਵੀ 'ਚ ਵੀ ਇੱਕਦਾਂ ਦਾ ਬਣਿਆ, ਫਿਰ ਉੜੀਸਾ ਦੇ ਵਿੱਚ। ਅੱਛਾ ਜੀ। ਫਿਰ ਇੱਕ ਮਰਾਠੀ ਸ਼ੋਅ ਬਣਿਆ ਜੀ, ਉਹਦੀ ਰੇਟਿੰਗ ਕਦੀ ਕਦੀ ਸਾਡੇ ਤੋਂ ਵੀ ਜ਼ਿਆਦਾ ਆ ਜਾਂਦੀ ਜੀ। ਰੀਲੀ? ਹਾਂ, ਉਹਦਾ ਨਾਮ ਹਵਾ ਆਯੂ ਦਿਆ, ਉਹ 'ਚ ਸਚਿਨ ਤੇਂਦੁਲਕਰ ਵੀ ਗਏ ਸੀਗੇ। ਅੱਛਾ ਜੀ। ਤੇ ਮੈਂ ਹੈਰਾਨ ਹੁੰਦਾ, ਬੜਾ ਵਧੀਆ ਉਹ ਵੀ ਸ਼ੋਅ ਆ, ਮਰਾਠੀ 'ਚ, ਜੀ ਮਰਾਠੀ ਦੇ ਆਉਂਦਾ। ਤੇ ਪਰ ਕਈ ਵਾਰੀ ਮੈਂ ਦੇਖਦਾ ਜਿਹੜਾ ਵਰਕ ਨਹੀਂ ਕਰਦੀਆਂ ਚੀਜ਼ਾਂ, ਕਈ ਵਾਰੀ ਤਾਂ ਹੁੰਦਾ ਕਿ ਕਾਮੇਡੀ ਦੇ ਨਾ ਲੋਕ ਕਈ ਵਾਰੀ ਡਰਦੇ ਵੀ ਬੜਾ। ਜਿੱਦਾਂ ਅਸੀਂ ਕਾਮੇਡੀ ਸਰਕਸ ਕਰਦੇ ਹੁੰਦੇ ਸੀ ਨਾ, ਸਾਡੇ ਫਿਲਮ ਅਸੀਂ ਉੱਚ ਲੈਗ ਪੁਲਿੰਗ ਬੜੀ ਕਰਦੇ ਹੁੰਦੇ ਸੀ ਇੱਕ ਦੂਸਰੇ ਆਰਟਿਸਟਾਂ ਦੀ, ਔਰ ਆਬਵੀਅਸਲੀ ਕਿਉਂਕਿ ਉਹਦਾ ਕੰਟੈਂਟ ਇਦਾਂ ਦਾ ਹੁੰਦਾ ਸੀਗਾ, ਜਿਹੜੇ ਐਕਟਰ ਨੇ ਆਣਾ ਉਹਦੀ, ਹਾਲਾਂਕਿ ਮੈਂ ਨਹੀਂ ਸੀ ਕਰਦਾ ਹੁੰਦਾ, ਮੈਂ ਕਦੀ ਬਿਲੋ ਦਾ ਬੈਲਟ ਕਾਮੇਡੀ ਨਹੀਂ ਕੀਤੀ ਮੈਂ। ਔਰ ਕਈ ਸ਼ੋਆਂ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਕਿ ਲੋਕੀ ਵਲਗਰ ਕਿਤੇ ਬਿਨਾਂ ਉਹਨਾਂ ਕੋਲ ਕਾਮੇਡੀ ਹੁੰਦੀ ਨਹੀਂ ਹੈ, ਉਹਨਾਂ ਦੀ ਆਪਣੀ ਆਪਣੀ ਕੈਪੈਸਿਟੀ ਹੈ, ਲੋਕ ਡਰਦੇ ਵੀ ਆ। ਕਾਮੇਡੀ ਨਾਈਟਸ ਜਦੋਂ ਆਇਆ ਨਾ, ਲੋਕਾਂ ਨੇ ਆਪਣੀ ਫੈਮਿਲੀ ਦੇ ਨਾਲ, ਇੱਕ ਬੜੇ ਫੇਮਸ ਜਰਨਲਿਸਟ ਨੇ, ਬੜੇ ਪਪੂਲਰ ਨੇ, ਸੁਭਾਸ਼ ਕੇ ਜਾ, ਉਹਨਾਂ ਨੇ ਮੈਨੂੰ ਮੈਸੇਜ ਕੀਤਾ, ਕਹਿੰਦੇ ਮੈਂ ਤੇ ਮੇਰੀ ਬੇਟੀ ਦੀ ਚੋਇਸ ਕਦੀ ਮਿਲਦੀ ਨਹੀਂ ਆਪਸ 'ਚ, ਸਪੈਸ਼ਲੀ ਕਾਮੇਡੀ ਸ਼ੋਅ 'ਤੇ ਬਿਲਕੁਲ ਨਹੀਂ। ਮੈਂ ਡਰਦਾ ਵੀ ਹਾਂ ਕਿ ਕੋਈ ਗੰਦੀ ਬੰਦੀ ਗੱਲ ਬੋਲਦੀ ਤੇ ਮੈਂ ਆਪਣੀ ਧੀ ਨਾਲ ਬੈਠ ਕੇ ਕਿੱਦਾਂ ਦੇਖਾਂਗਾ। ਕਹਿੰਦੇ ਤੇਰਾ ਪਹਿਲਾ ਸ਼ੋਅ ਆ ਰਮਾਇਣ ਮਹਾਭਾਰਤ ਤੋਂ ਬਾਅਦ, ਮੈਂ ਆਪਣੀ ਕੁੜੀ ਨਾਲ ਬੈਠ ਕੇ ਵੇਖਦਾ, ਦੋਨਾਂ ਨੂੰ ਪਸੰਦ ਆਉਂਦਾ, ਸਾਰੀ ਫੈਮਿਲੀ ਦੇਖਦੀ ਹੈ ਜੀ। ਉਹ ਬੜੀ ਵਧੀਆ ਗੱਲ ਸੀਗੀ। ਦੂਜੀ ਗੱਲ ਹੈ, ਇੱਕ ਤੇ ਹੁੰਦੀ ਹੈ ਕਾਮੇਡੀ ਦਿਲੋਂ ਨਿਕਲਦੀ, ਤੁਹਾਡੀ ਨੇਚਰ ਇਦਾਂ ਦੀ ਹੈ। ਇੱਕ ਹੁੰਦੀ ਤੁਸੀਂ ਸੋਚਿਆ ਵਾ ਕਿ ਮੈਂ ਐਸੇ ਕਾਮੇਡੀ ਜਾ ਕੇ ਕਰੂੰਗਾ, ਹਸਾਊਂਗਾ, ਉਹ ਨਹੀਂ ਚੀਜ਼ ਵਰਕ ਕਰਦੀ ਮੈਨੂੰ ਲੱਗਦਾ। ਇਹ ਨੈਚੁਰਲ ਜਿਹੜੀ ਹੋ ਜਾਂਦੀ ਹੁੰਦੀ ਹੈ। ਸਾਡੇ ਸ਼ੋਅ 'ਚ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕੋਈ ਸਕ੍ਰਿਪਟ ਦਾ ਹਿੱਸਾ ਹੀ ਨਹੀਂ ਹੁੰਦੀਆਂ। ਵਡਾਲੀ ਵਾਲੇ ਆਏ ਸੀਗੇ, ਉਹ ਕਹਿੰਦੇ ਮੈਨੂੰ ਪਾਣੀ ਪਿਆ, ਮੈਂ ਕਿਸੇ ਨੂੰ ਚਾਹ ਕਹੀ, ਉਹ ਚਾਹ ਨੂੰ ਦੇਰ ਹੋ ਗਈ, ਔਰ ਕੈਮਰਾ ਮੈਨੂੰ ਇੰਨਾ ਸ਼ੂਟ ਹੋ ਮਜ਼ਾ ਆ ਰਿਹਾ, ਉਹਨੇ ਕੱਟ ਵੀ ਨਹੀਂ ਕੀਤਾ, ਵਿੱਚ ਹੀ ਚਾਹ ਵਾਲਾ ਚਾਹ ਦੇ ਗਿਆ, ਉਹ ਵੀ ਗੱਲਾਂ, ਔਰ ਰॉ ਕੰਟੈਂਟ ਲੱਗਦਾ, ਉਹ ਆਰਗੈਨਿਕ ਜਿਹਨੂੰ ਆਪਾਂ ਕਹਿੰਦੇ ਆ। ਬੱਚਨ ਸਾਹਿਬ ਦਾ ਇੱਕ ਵਾਰੀ KBC ਸ਼ੁਰੂ ਹੋ ਰਿਹਾ ਸੀਗਾ, ਸੂਰਤ 'ਚ ਲਾਈਵ ਕਰ ਰਹੇ ਸੀਗੇ, ਇਹ ਸੀਜ਼ਨ ਹੋ ਰਿਹਾ, ਪਿਛਲਾ ਸੀਜ਼ਨ ਸੈਕਿੰਡ ਲਾਸਟ ਵੀ ਨਹੀਂ, ਉਸ ਤੋਂ ਪਹਿਲਾ ਸੀਜ਼ਨ ਉਹਨਾਂ ਨੇ ਸੂਰਤ ਤੋਂ ਸ਼ੁਰੂ ਕੀਤਾ ਸੀਗਾ। ਮੈਨੂੰ ਉਹਦੇ ਵਿੱਚ ਇਨਵਾਈਟ ਕੀਤਾ, ਮੈਂ ਵੈਸੇ ਮੈਂ ਕਿਹਾ ਵਾਹ ਕੀ ਬਾਤ ਹੈ, KBC ਜਾ ਰਿਹਾ। ਮੈਂ ਆਪਣੀ ਮੰਮੀ ਨੂੰ ਵੀ ਨਾਲ ਲੈ ਗਿਆ, 3-4 ਵਿਕਰਮ ਵੀ ਲੈ ਗਿਆ ਨਾਲ, ਮੈਂ ਗਰੋਵਰ ਜਿਹੜਾ ਇਸ ਫਿਲਮ ਦਾ ਡਾਇਰੈਕਟਰ ਹੈ। ਇਹਨੂੰ ਮੈਂ ਉੱਥੇ ਜਾ ਕੇ ਫੋਨ ਕੀਤਾ ਸੂਰਤ, ਮੈਂ ਕਿਹਾ ਬੱਚਨ ਸਾਹਿਬ ਨਾਲ ਸ਼ੂਟਿੰਗ ਹੀ, ਇਹ ਬੰਬੇ ਤੋਂ ਟੈਕਸੀ ਫੜ ਕੇ ਪਹੁੰਚ ਗਏ ਭਲਵਾਨ ਹੋਣੀ ਰਾਤੀ। ਤੇ ਬੱਚਨ ਸਾਹਿਬ ਮੇਰੀ ਮੰਮੀ ਸਾਹਮਣੇ ਬੈਠੀ, ਤੇ ਗੱਲਾਂ 'ਚ ਉਹਨੇ ਪੁੱਛ ਲਿਆ, ਅਰੇ ਦੇਵੀ ਜੀ ਕਿਆ ਖਾ ਕੇ ਪੈਦਾ ਕੀਤਾ ਹੈ ਇਸਕੋ। ਤੇ ਮੇਰੀ ਮਾਂ ਵਿਚਾਰੀ ਸਾਹਮਣੇ ਬੈਠੀ ਕਹਿੰਦੀ ਭਾਜੀ ਬਸ ਦਾਲ ਫੁਲਕਾ ਹੀ। ਤੇ ਇਹ ਹੁਣ ਸਕ੍ਰਿਪਟ ਥੋੜੀ ਹੈ। ਤੇ ਉਹ ਗੁਜਰਾਤੀ ਆਡੀਅנס ਸੀਗੀ, ਸਾਰੇ ਹਿੰਦੀ ਸਮਝਣ ਵਾਲੇ, ਉਹਨਾਂ ਨੂੰ ਵੀ ਸਮਝ ਲੱਗ ਗਿਆ। ਮੈਂ ਪੰਜਾਬੀ 'ਚ ਕਿਹਾ ਜੀ ਦਾਲ ਫੁਲਕਾ ਹੀ। ਤੇ ਹੁਣ ਆ ਦੇਖੋ ਇੱਥੇ ਰੱਬ ਕੀ ਕਰ ਲੈ, ਕੋਈ ਇਹ ਤਾਂ ਤੁਸੀਂ ਕੀ ਕਰ ਸਕਦੇ ਹੋ। ਤੇ ਨੈਚੁਰਲ ਹਿਊਮਰ ਜਿਹੜਾ ਨਾ, ਮੇਰੀ ਮਾਂ ਨੂੰ ਥੋੜੀ ਪਤਾ ਹਾਸਾ ਪਾ ਰਹੀ, ਉਹਨਾਂ ਦੇ ਵਿਚਾਰ ਨੇ ਵੈਸੇ ਹੀ ਗੱਲ ਕੀਤੀ। ਤੇ ਇਹ ਕਾਮੇਡੀ ਭੋਲੇ ਬੰਦੀ ਆ ਇੱਕ। ਸਾਰੇ ਕੈਰੈਕਟਰਸ ਦੇ ਵਿੱਚੋਂ ਤੁਹਾਡਾ ਫੇਵਰਿਟ ਕੈਰੈਕਟਰ ਕਿਹੜਾ ਸੀਗਾ, ਜਿਹੜਾ ਪਰਸਨਲੀ ਤੁਹਾਨੂੰ ਬੜਾ ਪਸੰਦ ਆਉਂਦਾ ਸੀ ਕਰਨਾ ਆਪਣੇ ਸ਼ੋਅ ਦੇ ਵਿੱਚ? ਮੇਰੇ ਐਕਚੁਅਲੀ ਸਾਰੇ ਫੇਵਰਿਟ ਹਨ। ਮੈਂ ਨਾ ਕੋਸ਼ਿਸ਼ ਰਹੀ, ਮੈਂ ਹਮੇਸ਼ਾ ਬੈਸਟ ਨਾਲ ਕੰਮ ਕਰਦਾ ਜੀ। ਮੈਂ ਕਦੀ ਕਿਸੇ ਨਾਲ, ਮੇਰੇ ਸ਼ੋਅ ਦੇ ਵਿੱਚ ਤੁਸੀਂ ਦੇਖ ਲਓ, ਚਾਹੇ ਸੁਨੀਲ ਹੈ ਜੀ, ਸੁਨੀਲ ਬੜਾ ਸੋਹਣਾ ਮਾਸਟਰ ਆਫ ਡਿਸਗਾਈਜ਼ ਪੂਰਾ ਮੈਂ ਕਹਿ ਸਕਦਾ। ਫਿਰ ਅਲੀ ਅਸਗਰ ਹੈ, ਕੀਕੂ ਆ, ਚੰਦਨ ਹੈ, ਚੰਦਨ ਕੋਲ ਮੈਂ ਬਹੁਤ ਕੁਝ ਸਿੱਖਿਆ। ਜਦੋਂ ਸਟੇਜ ਤੇ ਜਾਣੇ ਨਾ, ਹੁਣ ਅਸੀਂ ਸਵਾਗਤ ਕਰਦੇ ਤੁਹਾਡਾ ਅਦਾ, ਮੈਂ ਚੰਦਨ ਕੋਲ ਚੀਜ਼ ਦੇਖੀ। ਚੰਦਨ ਨਾ ਬੜਾ ਨੈਚੁਰਲ ਹੁੰਦਾ ਸੀ। ਸਾਡੇ ਜੱਜ ਹੁੰਦੇ ਸੀ ਘੁੱਗੀ ਭਾਜੀ ਤੇ ਰਕੇਸ਼ ਬੇਦੀ ਸਾਹਿਬ, ਤੇ ਚੰਦਨ ਨਾ ਵਿੱਚ ਚੱਲਦੇ ਇਦਾਂ ਨੈਚੁਰਲ ਹੋ ਜਾਂਦਾ ਨਾ, ਗੱਲ ਸੁਣਾਉਂਦਾ ਕਈ ਵਾਰ ਹੁੰਦਾ ਨਾ ਕਿ ਜੱਜ ਦਾ ਧਿਆਨ ਅੰਦਰ ਚਲਾ ਗਿਆ ਤੇ ਕਹਿੰਦਾ ਹੈਲੋ ਭਾਜੀ 2 ਮਿੰਟ ਇੱਧਰ। ਮੈਨੂੰ ਬੜੀ ਵਧੀਆ ਲੱਗਦੀ ਚੀਜ਼, ਮੈਂ ਉਹ ਚੀਜ਼ਾਂ ਬੜੀਆਂ ਸਿੱਖੀਆਂ। ਫਿਰ ਮੇਰੇ ਸ਼ੋਅ ਸਾਰੇ ਹੀ ਮੈਨੂੰ ਪਸੰਦ ਹੈ ਜੀ। ਮਾਈ ਪਰਸਨਲ ਦੈਟ ਮੇਰੇ ਕੋਲ ਬਿਲਕੁਲ ਪਸੰਦ ਨਹੀਂ ਬੇਟੇ। ਮੈਂ ਉਹ ਨਾ ਇੱਕ ਮੁੰਡਾ ਵਾ ਆਰਜੇ ਨਾਵਿਦ ਜੀ ਜੀ, ਰੇਡੀਓ ਮਿਰਚੀ 'ਚ, ਉਹਨੇ ਇੱਕ ਨਾ ਕਿਤੇ ਪ੍ਰੈਂਕ ਕੀਤਾ ਸੀਗਾ ਕਿਸੇ ਨਾਲ, ਉਹ ਬੜਾ ਵਾਇਰਲ ਹੋਇਆ ਸੀ। ਹਾਂ, ਉਹ ਕੁੜੀ ਨੂੰ ਕਹਿੰਦਾ ਕਿ ਤੁਸੀਂ ਬੇਟੇ ਸਿਰਫ 500 ਰੁਪਏ ਹੈ ਨਾ। ਉਹ ਮੈਨੂੰ, ਮੈਂ ਹਾਸਾ ਮਰ ਗਿਆ। ਮੈਂ ਉਹਨੂੰ ਮਿਲਿਆ ਵੀ ਨਹੀਂ ਸੀਗਾ ਨਾਵਿਦ ਨੂੰ। ਤੇ ਮੈਂ ਕਿਹਾ ਯਾਰ ਇਹਨੂੰ ਅਗਰ ਕਰੈਕਟਰ ਨੂੰ ਵਿਜ਼ੂਅਲਾਈਜ਼ ਕਰੀਏ ਕਿੱਦਾਂ ਦਾ ਹੋਊਗਾ ਇਹ,
ਹੈ ਨਾ, ਆਵਾਜ਼ ਵੀ ਉਹਦੀ ਮੈਂ ਕੱਢਣ ਦੀ ਕੋਸ਼ਿਸ਼ ਕੀਤੀ, ਨਿਕਲ ਵੀ ਗਈ ਉਹਦੀ। ਮੈਂ ਉਸ ਤਰ੍ਹਾਂ ਦੀ ਸਕ੍ਰਿਪਟਿੰਗ ਉਹਦੀ ਕੀਤੀ। ਫਿਰ ਮੈਂ ਆਬੂ ਧਾਬੀ ਸ਼ੋਅ ਕਰਨ ਗਿਆ ਸੀਗਾ, ਉੱਥੇ ਮਾਲ 'ਚ ਘੁੰਮਦੇ ਪਏ ਤੇ ਗੁਲਾਬੀ ਰੰਗ ਦਾ ਬਾਥਰੂਮ ਮਿਲਿਆ ਮੈਨੂੰ, ਮੈਂ ਪਾ ਕੇ ਦੇਖ ਲਿਆ ਉਹਨੂੰ ਤੇ ਇੱਕ ਗੋਲ ਟੋਪੀ ਜੀ ਪਾ ਲਈ। ਫਿਰ ਮੇਰਾ ਮੇਕਅਪ ਵਾਲਾ ਸੂਫੀਆਨ ਖਲੋਤਾ ਨਹੀਂ ਜਿਹੜੇ, ਇਹਨਾਂ ਕੋਲ ਚਸ਼ਮਾ ਜਿਹਾ ਪਿਆ ਸੀਗਾ ਗੋਲ, ਮੈਂ ਉਹ ਲਾ ਲਿਆ। ਮੈਂ ਕਿਹਾ ਕੋਈ ਮੁੱਛ ਜੀ ਦੇ ਵਧੀਆ ਜੀ, ਇਹਨੇ ਮੁੱਛ ਲਾਤੀ। ਉਹ ਮੈਂ ਵੇਖਿਆ, ਮੈਨੂੰ ਬੜਾ ਫਨੀ ਲੱਗਾ। ਉਹ ਪਹਿਲੇ ਦਿਨ ਜਦੋਂ ਕੀਤਾ ਸਿੱਧੂ ਭਾਜੀ ਕਮਲੇ ਹੋ ਗਏ ਦੇਖ ਦੇਖ ਕੇ। ਉਹ ਫਿਰ ਬਸ ਇਦਾਂ ਹੀ। ਹਾਂ, ਬਹੁਤ ਵਧੀਆ ਬਣਿਆ। ਸੋ ਹੁਣ ਨੈਕਸਟ ਸੀਜ਼ਨ ਤੁਸੀਂ ਸ਼ੁਰੂ ਕਰ ਰਹੇ ਹੋ ਆਪਣਾ, ਐਂਡ ਜਿੰਨੀ ਵਾਰੀ ਵੀ ਅਸੀਂ ਲਾਈਕ ਹੈ ਨਾ, ਪੀਪਲ ਹੈਵ ਬੀਨ ਕ੍ਰੇਜ਼ੀ ਕਪਿਲ ਆਪ ਵਾਪਸ ਕਬ ਆ ਰਹੇ ਹੋ, ਕਪਿਲ ਆਪ ਵਾਪਸ ਕਬ ਆ ਰਹੇ ਹੋ। ਸੋ ਆਪ ਕਬ ਵਾਪਸ ਆ ਰਹੇ ਹੋ? ਮੈਮ ਬਸ ਆ 12 ਨੂੰ ਰਿਲੀਜ਼ ਹੋਈ ਨਹੀਂ ਹੈ ਫਿਲਮ ਆਪਣੀ, ਉਸ ਤੋਂ ਬਾਅਦ ਮੈਂ ਬੰਬੇ ਚਲੇ ਜਾਣਾ। ਫਿਰ ਚੈਨਲ ਨਾਲ ਹੈਗੀ ਮੀਟਿੰਗ ਫਾਈਨਲ ਡੇਟਸ ਦੇ ਉੱਪਰ ਜੀ। ਮੇ ਵੀ ਮੈਨੂੰ ਲੱਗਦਾ ਦੀਵਾਲੀ ਦੇ ਲਾਗੇ ਜਾ ਕੇ ਹੋ ਜਾਏਗਾ ਜੀ। ਰਾਈਟ। ਹਾਂਜੀ। ਸੋ ਇਹ ਚੈਨਲ ਤੇ ਸੁਨੀਲ, ਇਹਨਾਂ ਦੋਨਾਂ ਨੂੰ ਵੀ ਤੁਸੀਂ ਹੈਡਲਾਈਨਸ 'ਚ ਪੜਿਆ ਹੋਏਗਾ, ਕਾਫੀ ਤੂਲ ਦਿੱਤੀ ਸੀ ਇਸ ਕੰਟਰੋਵਰਸੀ ਨੂੰ ਵੀ ਲੋਕਾਂ ਨੇ ਜੀ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿਹਦੇ ਬਾਰੇ? ਸੌਰੀ, ਚੈਨਲ ਦਾ? ਇੱਕ ਤੇ ਚੈਨਲ ਆਈ ਥਿੰਕ ਸੋਨੀ ਦੇ ਨਾਲ ਵੀ ਤੁਹਾਡਾ ਪਹਿਲਾਂ ਕੁਝ ਇਸ਼ੂ ਹੋਇਆ ਸੀ ਲੋਕਾਂ ਨੇ। ਸੋਨੀ ਨਾਲ ਕਦੀ ਨਹੀਂ ਹੋਇਆ, ਉਹ ਕਲਰਸ ਨਾਲ ਹੋਇਆ ਸੀ। ਓਕੇ, ਸੋ ਦਿਸ ਇਸ਼ੂ ਐਂਡ ਦੈਨ ਸੁਨੀਲ ਗਰੋਵਰ ਫॉर द फाइट, द 에ਅਰਪਲੇਨ फाइट। ਸੋ ਵਾਟ ਡੂ ਯੂ ਹੈਵ ਟੂ ਸੇ ਔਨ ਦੈਟ? ਮੈਮ ਮੈਨੂੰ ਇਦਾਂ ਲੱਗਦਾ ਕਿ ਜਿੱਥੇ ਤੁਹਾਡੀ ਯਾਰੀ ਦੋਸਤੀ ਹੈ, ਜਿੱਥੇ ਬਹੁਤ ਜ਼ਿਆਦਾ ਪਿਆਰ ਹੋਣਾ, ਉੱਥੇ ਹੁੰਦੇ ਨੇ ਮਨਮੁਟਾਵ ਜੀ। ਤੇ ਐਵੇਂ ਤਾਂ ਉਹੀ ਗੱਲ ਨੈਗੇਟਿਵਿਟੀ ਵਾਲੀ। ਇੱਕ ਰਿਪੋਰਟਰ ਸੀਗਾ ਜਿਹਨੇ ਇਹ ਸ਼ੁਰੂਆਤ ਕੀਤੀ ਸੀਗੀ ਜੀ, ਉਹਨੂੰ ਮੈਂ ਗਲਤ ਹੈ ਵੈਸੇ, ਮੈਂ ਮੰਨਦਾ, ਮੈਂ ਉਹਨੂੰ ਗਾਲਾਂ ਕੱਢੀਆਂ, ਉਹਨੇ ਫਿਰ ਉਹਨੂੰ ਵੀ ਕੈਚ ਕੀਤਾ ਉਸ ਬੰਦੇ ਨੇ। ਉਹ ਇੱਕੋ ਬੰਦੇ ਨੇ ਲਿਖਿਆ ਕਿ ਕਪਿਲ ਨੇ ਖਾਣਾ ਖਾ ਲਿਆ, टीम ने खाना खा लिया था कपिल के आने से पहले। मैं भी उसे जहाज 'ਚ ਜਾਣਨਾ, ਮੈਂ ਕਦੇ ਨਾਲ ਦੇ ਜਹਾਜ਼ 'ਚ ਛਾਲ ਮਾਰੀ। ਉਹਨੇ ਗਲਤ ਖਬਰਾਂ ਲਿਖਣੀਆਂ ਸ਼ੁਰੂ ਕੀਤੀਆਂ। ਬਾਕੀ ਲੋਕਾਂ ਨੇ ਵੀ ਲਿਖਿਆ ਸੀ ਮੇਰੇ ਬਾਰੇ। ਫੇਮਸ ਪੋਰਟਲ ਸੀਗਾ ਇਹ। ਹਾਂਜੀ, ਫੇਮਸ ਬਾਅਦ 'ਚ ਹੋਇਆ ਜਦੋਂ ਮੈਂ ਉਹਨਾਂ ਨੂੰ ਕਿਹਾ, ਪਹਿਲਾਂ ਮੋਏ ਨਹੀਂ ਜਾਣਦੇ ਇਹਨਾਂ ਨੂੰ। ਉਹ ਬੰਦੇ ਨੇ ਇਦਾਂ ਲਿਖਣਾ ਸ਼ੁਰੂ ਕੀਤਾ, ਅਕੋਰਡਿੰਗ ਟੂ ਸੋਰਸਿਸ ਉਹਨੇ ਲਿਖਣਾ ਸ਼ੁਰੂ ਕੀਤਾ। ਮੈਂ ਉਦੋਂ ਸੀਗਾ ਮੈਮ, ਮੈਂ 18 ਘੰਟੇ ਕੰਮ ਕਰ ਰਿਹਾ ਸੀਗਾ। ਇੱਥੋਂ ਬੰਬੇ ਤੋਂ ਫਲਾਈਟ ਫੜਨੀ ਜੈਪੁਰ ਜੋਧਪੁਰ ਤੋਂ 6 ਘੰਟੇ ਅੱਗੇ ਜਾ ਕੇ ਬੀਕਾਨੇਰ ਕਿਤੇ ਸ਼ੂਟ ਕਰ ਰਹੇ। ਮੈਂ ਉਹਨਾਂ ਦਿਨਾਂ 'ਚ ਫੋਨ ਵੀ ਨਹੀਂ ਸੀ ਔਨ ਕਰਦਾ, ਪੜ੍ਹਨਾ ਵੀ ਨਹੀਂ ਨਿਊਜ਼। ਮੈਂ ਜਦੋਂ ਵਿਹਲਾ ਆਇਆ ਨਾ ਸ਼ੂਟਿੰਗ ਤੋਂ, ਉਸ ਤੋਂ ਬਾਅਦ ਮੈਂ ਸਾਰੀਆਂ ਇਕੱਠੀਆਂ ਨਿਊਜ਼ ਪੜ੍ਹੀਆਂ। ਉਹ ਬੰਦੇ ਨੂੰ ਕੋਈ ਕਰ ਰਿਹਾ ਸੀਗਾ, ਅੱਛਾ ਫੰਡ ਕਰ ਰਿਹਾ, ਹਾਂ ਵੀ ਇਹਦੇ ਬਾਰੇ ਕਰ। ਫਿਰ ਜਦੋਂ ਉਹਦੇ ਨਾਲ ਮੇਰੀ ਕੰਟਰੋਵਰਸੀ ਹੋਈ ਨਾ, ਉਸ ਤੋਂ ਬਾਅਦ ਇੱਕ ਬੰਦੇ ਨੇ ਮੈਨੂੰ ਫੋਨ ਕੀਤਾ, ਕੋਈ ਐਕਟਰ ਸੀਗਾ, ਅੱਛਾ ਸੀ, ਕੁੜੀ ਸੀਗੀ ਜੀ। ਉਹ ਕਹਿੰਦੀ ਤੁਸੀਂ ਬੜਾ ਚੰਗਾ ਕੀਤਾ। ਮੈਂ ਕਿਹਾ ਨਹੀਂ, ਮੈਂ ਗਲਤ ਆ, ਮੈਂ ਆਪਣੀ ਸੈਂਸਿਸ 'ਚ ਨਹੀਂ ਸੀਗਾ ਜਦੋਂ ਮੈਨੂੰ ਇਦਾਂ ਕਿਹਾ। ਪਰ ਮੈਂ ਕਿਹਾ ਮੈਨੂੰ ਇਦਾਂ ਗਾਲਾਂ ਨਹੀਂ ਸੀ ਕੱਢਣੀਆਂ ਚਾਹੀਦੀਆਂ, ਪਰ ਉਹਨੇ ਮੇਰੇ ਨਾਲ ਗਲਤ ਕਰ ਰਿਹਾ ਸੀ। ਉਹਨੇ ਮੈਨੂੰ ਇਨਫੋਰਮੇਸ਼ਨ ਦਿੱਤੀ, ਕਹਿੰਦੀ ਮੇਰਾ ਇੱਕ ਬॉयਫ੍ਰੈਂਡ ਆ, ਉਹਦੇ ਰਿਲੀਜਨ ਦਾ ਨਹੀਂ ਹੈ। ਅੱਛਾ ਜੀ। ਇਹ ਉਹਦੀ ਬਿਲਡਿੰਗ 'ਚ ਜਾ ਕੇ ਉਹਨੂੰ 500 ਰੁਪਏ ਦੇ ਕੇ ਕਹਿੰਦਾ ਇਹਦੇ ਘਰ ਜਿਹੜਾ ਆਉਂਦਾ ਮੁੰਡਾ, ਮੈਨੂੰ ਉਹਦੀ ਖਬਰ ਦੱਸੀ ਕਿੰਨੇ ਵਜੇ ਆਉਂਦਾ, ਮੈਂ ਫੋਟੋਆਂ ਖਿੱਚਣੀਆਂ। ਆਹ ਜਰਨਲਿਜ਼ਮ ਤੁਹਾਡਾ। ਮੈਂ ਕਿਹਾ ਅੱਛਾ ਜੀ। ਤੇ ਮੈਂ ਉਹਨੂੰ ਫੋਨ ਕਰਕੇ ਮੈਂ ਵੀ ਕਿਹਾ, ਮੈਂ ਕਿਹਾ ਮੇਰੇ ਕੋਲ ਗਲਤੀ ਹੋ ਗਈ, ਮੈਂ ਤੈਨੂੰ ਗਾਲਾਂ ਕੱਢੀਆਂ, ਤੇਰੇ ਵਰਗੇ ਬੰਦੇ ਨੂੰ ਮੈਨੂੰ ਜਵਾਬ ਨਹੀਂ ਸੀ ਦੇਣਾ ਚਾਹੀਦਾ। ਪਰ ਜੇ ਮੈਂ ਨਾ ਕਰਦਾ, ਫਿਰ ਮੈਂ 100 ਕਰੋੜ ਦਾ ਡੈਫਰਮੇਸ਼ਨ ਕੇਸ ਪਾਇਆ ਉੱਤੇ। ਹੁਣ ਉਹਨਾਂ ਨੇ ਸਾਰੀਆਂ ਖਬਰਾਂ ਹਟਾਤੀਆਂ, ਪਰ ਹੁਣ ਮੇਰੇ ਕੋਲ ਤੇ ਆ ਗਏ ਸਬੂਤ। ਹੁਣ ਮੇਰੇ ਕੋਲ 150 ਆਰਟੀਕਲ ਪਏ ਉਹਦੇ, 6 ਮਹੀਨੇ 'ਚ 160 ਆਰਟੀਕਲ। ਕੌਣ ਸਾਬਦਾ ਵਾ? ਹਾਂ, ਮੈਂ ਹਾਈ ਕੋਰਟ 'ਚ ਕੀਤਾ ਵਾ, ਉਹਦੀ ਨੇਰੀ ਆਈ ਵੀ ਪੂਰੀ। 160 ਆਰਟੀਕਲ 6 ਮਹੀਨੇ 'ਚ ਬੰਦਾ ਕੌਣ ਛਾਪਦਾ? ਪਰ ਆਪਾਂ ਉਹਦੀ ਗੱਲ ਕਰਕੇ ਉਹਨੂੰ ਫਿਰ ਤਵੱਜੋ ਦੇ ਕੇ ਉਹਨੂੰ ਥੋੜਾ ਐਵੇਂ ਨਹੀਂ। ਬਟ ਮੋਟਿਵ ਕੀ ਹੁੰਦਾ ਇਸ ਚੀਜ਼ ਦੇ ਪਿੱਛੇ? ਤੁਹਾਨੂੰ ਪੁੱਲ ਡਾਊਨ ਕਰਕੇ ਕਿਹਨੂੰ ਉੱਪਰ ਚੜਾਉਣਾ ਚਾਹੁੰਦੇ ਨੇ? ਕੰਪੀਟੀਸ਼ਨ ਇੰਨਾ ਮੈਂ ਮੰਨਦਾ ਵਾਂ, ਪਰ ਇਹਦਾ ਮਤਲਬ ਨਹੀਂ ਤੁਸੀਂ ਗਲਤ ਰਾਹ ਜਾ ਕੇ ਗਲਤ ਚੀਜ਼ਾਂ ਦੇ ਥਰੂ ਤੁਸੀਂ ਇੱਕ ਬੰਦਾ ਹੈਗਾ ਵਾ ਜਿਹੜਾ ਮੇਰੇ ਤੋਂ ਕੋਈ ਜੈਲਸ ਹੈ ਜਾਂ ਕੋਈ ਰਾਈਵਲ ਹੈ, ਕੋਈ ਖੋਰ ਆ, ਉਹ ਤੁਹਾਨੂੰ ਅਗਰ ਕਹਿ ਰਿਹਾ ਕਿ ਚਲੋ ਜੀ ਤੁਸੀਂ ਆਹ ਕਰੋ ਤੇ ਮੈਂ ਤੁਹਾਨੂੰ ਬਦਲੇ ਚਾਹ ਦਿੰਦਾ ਵਾਂ। ਕਪਿਲ ਜੀ, ਤੁਸੀਂ 1 ਸਾਲ ਦਾ ਗੈਪ ਲੈ ਲਿਆ। ਹਾਂਜੀ। ਕੋਈ ਤੇ ਕੰਪੀਟੀਸ਼ਨ ਸਾਹਮਣੇ ਆਇਆ ਨਹੀਂ? ਕਿਹੜਾ ਕੰਪੀਟੀਸ਼ਨ ਸੀ ਜਿਹੜਾ ਪੈਸੇ ਦੇ? ਨਹੀਂ, ਮੈਂ ਨਹੀਂ ਕਹਿ ਰਿਹਾ ਕਿ ਕੰਪੀਟੀਸ਼ਨ ਨਾਲ ਪੈਸੇ ਦੇ ਰਿਹਾ। ਕਹਿੰਦਾ ਮਤਲਬ ਕਿ ਬੜੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਚੜ੍ਹਦੇ ਨੂੰ ਖਿੱਚਣਾ ਚਾਹੁੰਦੇ ਨੇ। ਤੇ ਔਰ ਸਭ ਤੋਂ ਹੁਣ ਤੇ ਮੈਨੂੰ ਇਹ ਲੱਗਦਾ ਵੀ ਉਹ ਬੰਦੇ ਦਾ ਆਪਣਾ ਇੰਟਰਸਟ ਸੀਗਾ, ਨਵੀਂ ਜੀ ਆਪਣੀ ਪੋਰਟਲ ਜੀ ਬਣਾ ਲਈ, ਹੁਣ ਉਹ ਵਿਕੇ ਕਿੱਦਾਂ? ਔਰ ਉਹ ਬੰਦਾ, ਉਹ ਜਿੱਥੇ ਜੌਬ ਕਰਦਾ ਸੀ ਪਹਿਲਾਂ ਕਿਤੇ ਨਿਊਜ਼ਪੇਪਰ 'ਚ, ਉਹਨੂੰ ਉੱਥੋਂ ਵੀ ਬਾਹਰ ਕੱਢਿਆ ਗਿਆ ਸੀਗਾ। ਬੜਾ ਪਪੂਲਰ ਸੀਗਾ ਮੁੰਬਈ, ਮੇਰੇ ਕੋਲ ਕੀਤਾ, ਹੁਣ ਉੱਥੋਂ ਵੀ ਬਾਹਰ ਕੱਢਿਆ ਸੀ। ਤੇ ਕਹਿੰਦਾ ਮਤਲਬ ਕਿ ਉਹ ਜਿਹੜਾ ਬੰਦਾ ਗਲਤ ਹੈ ਉਹਨੇ ਹਰ ਜਗ੍ਹਾ ਗਲਤੀ ਕਰਨਾ। ਸੋ ਅਜਿਹੀ ਨੈਗੇਟਿਵਿਟੀ ਦੇ ਨਾਲ ਤੁਸੀਂ ਕਿਵੇਂ ਡੀਲ ਕਰਦੇ? ਮੈਂ ਬੜਾ ਪ੍ਰਭਾਵਿਤ ਹੁੰਦਾ ਪਹਿਲਾਂ ਇਹਨਾਂ ਚੀਜ਼ਾਂ ਤੋਂ, ਆਪਣੇ ਆਪ ਨੂੰ ਸੋਚੀ ਜਾਣਾ, ਇਹ ਉਹ। ਮੈਂ ਆਹ ਸਭ ਪੀਣੀ ਸ਼ੁਰੂ ਕਰਤੀ। ਹੁਣ ਮੈਂ ਵੇਖਿਆ ਵੀ ਨਹੀਂ, ਬੜਾ ਚੁੱਪ ਕਰਕੇ ਰਹਿਣਾ ਨਾ, ਲੋਕੀ ਨਹੀਂ ਰਹਿਣ ਦਿੰਦੇ ਵੀ। ਫਿਰ ਮੈਂ ਹੈਗਾ ਤੇ ਖੂਨ ਫਿਰ ਆ ਹੀ ਜਾਂਦਾ ਨਾ ਉਬਾਲ, ਵੀ ਕਿਉਂ, ਕੌਣ ਹੁੰਦਾ ਵੀ ਤੂੰ ਕਿਉਂ ਲਿਖਦਾ ਇੱਦਾਂ? ਤੇ ਬਸ ਠੀਕ ਹੈ। ਕੋਈ ਹਾਰਟਫੈਲਟ ਕਨਵਰਸੇਸ਼ਨ ਵੀ ਹੈਡ ਵਿਦ ਕਪਿਲ ਸ਼ਰਮਾ। ਮੈਂ ਗੱਲਾਂ ਕਰ ਲਾਂ ਪਿਆ ਤੁਹਾਡੇ ਨਾਲ, ਮੈਨੂੰ ਤੇ ਚੇਤਾ ਭੁੱਲ ਗਿਆ, ਮੈਂ ਇੰਟਰਵਿਊ ਕਰਦੇ ਪਏ। ਤੁਸੀਂ ਸਾਨੂੰ ਮਨਜੀਤ ਸਿੰਘ ਦੀ ਗੱਲ ਕਰੀਏ, ਗੁਰਪ੍ਰੀਤ ਘੁੱਗੀ, ਦਮਨ। ਆਹ ਸੱਚ, ਉਹ ਸਾਡੀ ਗੱਲ ਹੋਈ ਨਹੀਂ। ਦਮਨ ਨੇ ਸੀਰੀਅਲ ਵੀ ਕੀਤਾ ਹੈ ਜੀ, ਮਹਾਰਾਜਾ ਰਣਜੀਤ ਸਿੰਘ। ਬਹੁਤ ਪੋਟੈਂਸ਼ੀਅਲ ਹੈਗਾ ਮੁੰਡੇ ਦੇ, ਬਹੁਤ ਜੀ। ਤੁਸੀਂ ਪਰਸਨਲੀ ਮੂਵੀ ਦੇਖ ਕੇ ਕੀ ਫੀਲ ਕੀਤਾ ਸੀ? ਬਹੁਤ ਵਧੀਆ ਲੱਗਾ ਮੈਨੂੰ। ਲੱਗਾ ਘੁੱਗੀ ਭਾਈ ਦਾ ਆਪਣਾ ਮੁੰਡਾ ਉਹ ਇਦਾਂ, ਮਤਲਬ ਉਹ ਕਰੈਕਟਰ ਸਾਨੂੰ ਮਨਜੀਤ ਭਾਜੀ ਵੀ ਮਨਜੀਤ ਸਿੰਘ ਹੀ ਲੱਗਣ ਡੇ, ਦੇਸੀ ਜੀ ਪੱਗ ਬੰਨੀ। ਔਰ ਮੈਂ ਘੁੱਗੀ ਭਾਈ ਨੂੰ ਪੁੱਛਿਆ, ਮੈਂ ਕਿਹਾ ਜਿਹੜਾ ਤੁਸੀਂ weight ਵਧਾਇਆ
ਹਾਂਜੀ ਰਾਜੇ ਮੈਂ ਨਾ ਇਹਨੂੰ ਫਿਲਮ ਦੇ ਲਈ ਥੋੜਾ ਜਿਹਾ ਵਧਾਇਆ। ਮੈਂ ਕਿਹਾ ਝੂਠ ਨਾ ਬੋਲੋ, ਤੁਸੀਂ ਕੁਲਚੇ ਕਲਚੇ ਖਾ ਕੇ ਵਧਾ ਲਿਆ। ਅੰਮ੍ਰਿਤਸਰ ਹਾਂ ਤੇ ਹੁਣ ਤੁਸੀਂ ਹਿਸਾਬ ਦੇ ਨਾਲ ਨਾ ਉਹਨੂੰ ਐਵੇਂ ਪ੍ਰਮੋਸ਼ਨ ਚ ਕਹੀ ਜਾਂਦੇ ਹੋ Right. ਕਿ ਫਿਲਮ ਲਈ ਵੇਟ ਵਧਾਇਆ। Right. ਅਸੀਂ ਕਿਹੜਾ ਪਰਨੀਤੀ ਚੋਪੜਾ ਜੀ ਨੇ ਕਹਿੰਦੇ ਇੰਦਾਂ ਦੀਆਂ ਗੱਲਾਂ, ਤੇ ਕਹਿੰਦੇ ਚਲ ਹੁਣ ਵਧਿਆ ਤਾਂ ਹੈ, ਚਲ ਵਧੀਆ ਹੈ ਨਾ। ਫਿਲਮ ਸੂਟ ਵੀ ਕਰਦਾ ਪਿਆ ਕਿ Exactly. ਇੱਕ 12-14 ਸਾਲ ਦਾ ਬੱਚਾ ਤੇ ਭਾਜੀ ਲੱਗ ਵੀ ਰਹੇ ਉਹਦੇ। ਹੁਣ ਭਾਜੀ ਨੇ ਫੇਰ ਥੋੜਾ ਰਿਡਿਊਸ ਕਰ ਲਿਆ, ਪਰ ਬੜਾ ਸੋਹਣਾ ਉਹਨਾਂ ਦੀ। ਰਿਡਿਊਸ ਕਰਨਾ ਚਾਹੁੰਦੇ ਹੋ? ਮੈਂ ਬਹੁਤ ਜ਼ਿਆਦਾ ਮੈਂ you were really fit at one point of time. ਜੀ You looked ਐਕਚੁਅਲੀ ਮੈਮ ਜਦੋਂ ਸ਼ੁਰੂ ਕੀਤਾ ਸੀ ਨਾ ਉਦੋਂ ਮੈਂ ਇਦਾਂ ਦਾ ਹੀ ਹੁੰਦਾ ਸੀ ਗੋਲੂ ਮੋਲੂ ਜਿਹੀ। ਜੀ। ਵਿੱਚ ਜਦੋਂ ਮੈਂ ਬਾਸਮਸਤਾਨ ਦੀ ਫਿਲਮ ਕੀਤੀ ਨਾ ਮੈਂ ਸਿੱਧੇ 15 ਕਿਲੋ ਘੱਟ ਕਰ ਲਿਆ। ਫਿਰ ਜਦੋਂ ਫਿਰੰਗੀ ਆਈ ਮੈਂ 18 ਕਿਲੋ ਘੱਟ ਕਰ ਲਿਆ। right. ਤੇ ਜਦੋਂ ਆਪਣੇ ਆਪ ਨੂੰ ਬੰਦਾ ਵੇਖ ਲੈਂਦਾ ਨਾ ਮੈਂ ਇਦਾਂ ਦਾ ਵੀ ਦੇਖ ਸਕਦਾ there ਸੋਹਣਾ is ਜਿਹਾ। like- ਹਾਂ ਫਿਰ ਉਦੋਂ ਮੈਨੂੰ ਲੱਗਾ ਕਿ ਮੈਂ ਮਿਸਫਿਟ ਹੈ। ਮੈਂ ਮੇਰੇ 'ਚ ਕੌਨਫੀਡੈਂਸ ਥੋੜਾ ਜਿਹਾ ਚਲਾ ਗਿਆ ਸੀਗਾ। Right. ਹਾਲਾਂਕਿ ਲੋਕੀ ਗੱਲਾਂ ਸੁਣਦੇ ਮੇਰੀਆਂ, ਮੈਨੂੰ ਕਦੀ ਲੋਕਾਂ ਨੇ ਕੋਈ ਸਟਾਈਲ ਆਈਕਨ ਤੇ ਮੰਨਿਆ ਨਹੀਂ ਹੈ ਨਾ। Absolutely, yes. ਤੇ ਲੋਕੀ ਤੁਹਾਡੇ humor ਪਰ ਦੇ ਮੈਨੂੰ ਹੁਣ ਆਪ ਨੂੰ ਲੱਗਦਾ ਵਾ ਉਹ ਸਿਰਫ ਇਹੀ ਨਹੀਂ ਹੈ ਕਿ ਸੋਹਣਾ ਦਿਖਣਾ, ਮੈਮ એનર્ਜੀ ਅਲੱਗ ਆ ਜਾਂਦੀ ਹੈ। ਜਦੋਂ ਮੈਂ 18 ਕਿਲੋ weight ਘੱਟ ਕੀਤਾ ਸੀ, ਜੀ। ਤੁਸੀਂ ਬਿਲੀਵ ਨਹੀਂ ਕਰੋਗੇ ਮੈਂ ਇੱਕ ਦਿਨ ਚ 2 ਐਪੀਸੋਡ ਕੱਢ ਲੈਣੇ, ਫਲਾਈਟ ਫੜਨੀ ਵਾਪਸ ਜੋਧਪੁਰੋਂ ਬੀਕਾਨੇਰ, ਉੱਥੋਂ ਸ਼ੂਟ ਕਰਕੇ ਫਿਰ ਵਾਪਸ ਬੰਬੇ। ਉਹ એનર્ਜੀ ਅਲੱਗ ਲੈਵਲ ਦੀ ਸੀਗੀ। Very interesting. Okay, Kapil ji, winding it up. ਜੀ। क्या ਤੁਹਾਡਾ ਦਸੰਬਰ ਦੇ ਵਿੱਚ ਵਿਆਹ ਹੋ ਰਿਹਾ? ਤੁਸੀਂ ਹੁਕਮ ਕਰੋ ਕਰਾ ਲਈਏ। ਅਬ ਮੈਂ ਤੇ ਕੀ ਹੁਕਮ ਕਰਨਾ ਸਰ, ਮੈਨੂੰ ਲੱਗਦਾ ਮੀਡੀਆ ਨੇ ਕਰਾਈ ਦੇਣਾ ਤੁਹਾਨੂੰ ਕਹਿ ਕੇ। ਆਹੋ ਇਹ ਵੀ ਖਬਰ ਆਈ ਕਿ ਰਿਊਮਰ Right. ਨਹੀਂ, ਵੈਸੇ ਮੈਂ ਤੁਹਾਨੂੰ ਸੱਚ ਦੱਸਾਂ ਜੀ। ਫਿਲਮ ਦੇ ਵਿੱਚ ਮੇਰਾ ਫੋਕਸ ਹੈ 12 ਨੂੰ ਰਿਲੀਜ਼ ਹੋ ਜੇ, ਉਸ ਤੋਂ ਬਾਅਦ ਆਪਣਾ ਮੇਰਾ ਨਵਾਂ ਸ਼ੋਅ ਸ਼ੁਰੂ ਹੋ ਜੇ, ਜੀ। ਫਿਰ ਮੈਂ ਉਹ ਡੇਟ ਵੀ ਫਾਈਨਲ ਕਰ ਦੇਣੀ ਹੈ ਜੀ। So that means ਮੇਰੀ you're ਮਾਂ gonna- ਬੜੀ ਖੁਸ਼ ਹੁੰਦੀ ਜਦੋਂ ਮੈਂ ਇਦਾਂ ਦੀ ਗੱਲ ਕਰਦਾ ਨਾ ਘਰ ਬੈ ਕੇ ਜੀ। ਕਿ ਮੰਮੀ ਇਹ ਮਹੀਨੇ ਕਰਾ ਲਈ ਆਏਗਾ, ਤਾਂ ਮੈਨੂੰ ਬੜੀ ਖੁਸ਼ ਹੁੰਦੀ ਹੈ। ਉਹਨੂੰ ਤੂੰ ਖੁਸ਼ ਕਰਾ ਦੇਖ ਕੇ ਸਹੀ। ਮੈਨੂੰ ਕਹੇ ਵੀ ਚਲੋ ਕਰਾ ਲਓ। Right, मैं जवारे को So that's a very nice, witty and humorous conversation with the comedian, the actor, and now the producer of the Punjabi film Son of Manjeet Singh, releasing on 12th of October। 12th of October. So this is me and Kapil Sharma signing off from Ken Punjab. Thanks for watching. ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। Kent Punjab